ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰ ਵਾਲੀ ਸਾਧ ਸੰਗਤ, ਆਪ ਵਡਭਾਗੇ ਹੋ ਜੋ ਹਰ ਰੋਜ਼ ਇਹਨਾਂ ਗੁਰਮਤਿ ਕਲਾਸਾਂ ਵਿੱਚ ਜੁੜ ਕੇ ਲਾਭ ਪ੍ਰਾਪਤ ਕਰਦੇ ਹੋ। ਜੀਵਨ ਨੂੰ ਜਿਉਣ ਦਾ ਤਰੀਕਾ ਸਤਿਗੁਰਾਂ ਦੇ ਪਾਸੋਂ ਸਿੱਖਦੇ ਹੋ। ਸਤਿਗੁਰਾਂ ਦੀ ਦਇਆ ਸਦਕਾ ਆਪਾਂ ਇਸ ਸ਼ਾਮ ਦੀ ਕਲਾਸ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਸ਼੍ਰੀ ਸੁਖਮਨੀ ਸਾਹਿਬ ਦੀ ਸੰਥਿਆ ਤੇ ਵਿਚਾਰ ਆਰੰਭ ਕੀਤੀ ਸੀ। ਸਤਿਗੁਰਾਂ ਦੀ ਮਿਹਰ ਸਦਕਾ ਆਪਾਂ 8 ਸ਼ਲੋਕ 8 ਅਸ਼ਟਪਦੀਆਂ ਸੰਪੂਰਨ ਕਰ ਲਏ ਹਨ। ਅੱਜ ਆਪਾਂ 9ਵੀਂ ਅਸ਼ਟਪਦੀ ਦਾ ਸ਼ਲੋਕ ਜਿਹੜਾ ਹੈ ਇੱਥੋਂ ਆਪਾਂ ਸੰਥਿਆ ਤੇ ਵਿਚਾਰ ਆਰੰਭ ਕਰਨੀ ਹੈ। ਸੋ ਆਪ ਜਿੰਨੇ ਵੀ ਜੁੜ ਚੁੱਕੇ ਹੋ ਸਭ ਸੰਗਤ ਦਾ ਧੰਨਵਾਦ। ਆਓ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰੀਏ ਤੇ ਇਸ ਪਾਵਨ ਬਾਣੀ ਨਾਲ ਜੁੜਨਾ ਕਰੀਏ। ਸ਼ਲੋਕ ਉਰ ਧਾਰੈ ਜੋ ਅੰਤਰ ਨਾਮ, ਸਰਬ ਮੈਂ ਬਿਖੈ ਭਗਵਾਨ। ਨਿਮਖ ਨਿਮਖ ਠਾਕੁਰ ਨਮਸਕਾਰੈ, ਨਾਨਕ ਉਹ ਆਪਰਸ ਸਗਲ ਨਿਸਤਾਰੈ। ਸਤਿਗੁਰਾਂ ਨੇ ਪਾਵਨ ਸ਼ਲੋਕ 'ਚ ਦੱਸਣਾ ਕੀਤਾ ਹੈ ਮਹਾਰਾਜ ਨੇ। ਸਾਧ ਸੰਗਤ, ਸੰਸਾਰ ਦੀਆਂ 3-4 ਸ਼੍ਰੇਣੀਆਂ ਸਨ ਜਿਹੜੀਆਂ ਪਰਮੇਸ਼ਰ ਨੂੰ ਮਿਲਣ ਵਾਸਤੇ ਤਤਪਰ ਰਹਿੰਦੀਆਂ ਸਨ। ਇੱਕ ਸਨ ਆਪਰਸ, ਜੋ ਸ਼ਬਦ ਵਰਤਿਆ ਨਾ ਨਾਨਕ ਉਹ ਆਪਰਸ, ਇਹਨੂੰ ਉਹ ਪੜ੍ਹਨਾ ਹੈ, ਊੜੇ ਦੇ ਉੱਤੇ ਘੋੜਾ ਲੱਗਾ ਹੋਇਆ। ਆਪਰਸ, ਅਪਰਸ ਨਹੀਂ ਪੜ੍ਹਨਾ, ਇਹਨੂੰ ਐੜਾ ਗੇਤਰ ਲਾ ਕੇ ਅਪਰਸ ਪੜ੍ਹਨਾ ਹੈ। ਉਹ ਅਪਰਸ ਸਗਲ ਨਿਸਤਾਰ ਹੈ। ਤੇ ਇਹ 3-4 ਸ਼੍ਰੇਣੀਆਂ ਦੀ ਮਹਾਰਾਜ ਨੇ ਗੱਲ ਕੀਤੀ ਆ। ਤੇ ਨਾਲ ਹੀ ਸਤਿਗੁਰਾਂ ਨੇ ਇਹ ਸਮਝਾਇਆ ਕਿ ਭਾਈ ਜਿਨ੍ਹਾਂ ਦੀ ਗੱਲ ਆਪਾਂ 8ਵੀਂ ਅਸ਼ਟਪਦੀ 'ਚ ਕੀਤੀ ਆ, ਜਿਹੜੇ ਬ੍ਰਹਮ ਗਿਆਨੀ ਆ, ਜਿਨ੍ਹਾਂ ਦੀ ਗੱਲ ਆਪਾਂ 7ਵੀਂ ਅਸ਼ਟਪਦੀ 'ਚ ਕੀਤੀ ਆ, ਜਿਹੜੇ ਸਾਧੂ ਆ, ਜਿਹੜੇ ਸਤ ਸੰਗੀ ਆ, ਮਹਾਰਾਜ ਉਹਨਾਂ ਵਰਗੇ ਕਿਵੇਂ ਬਣਿਆ ਜਾਵੇ, ਕਿਵੇਂ ਉਹਨਾਂ ਵਰਗੇ ਬਣ ਕੇ ਜੀਵਨ ਬਤੀਤ ਕੀਤਾ ਜਾਵੇ। ਤੇ ਸਤਿਗੁਰਾਂ ਨੇ ਨਾਲ ਨਾਲ ਉਹ ਉਪਦੇਸ਼ ਦਿੱਤਾ ਹੈ ਕਿ ਭਾਈ ਜੀ ਉਹੋ ਜਿਹਾ ਬਣਨਾ ਹੈ ਤੇ ਇਹ ਉਪਦੇਸ਼ ਕਮਾਲਾ ਤੇ ਤੇਰਾ ਜੀਵਨ ਉਹਨਾਂ ਮਹਾਂਪੁਰਖਾਂ ਵਰਗਾ, ਬ੍ਰਹਮ ਗਿਆਨੀਆਂ ਵਰਗਾ ਹੋ ਜਾਏਗਾ। ਤੇ ਨਾਲ ਹੀ ਮਹਾਰਾਜ ਨੇ ਇਹ 4 ਸ਼੍ਰੇਣੀਆਂ ਨੂੰ ਨਾਲ ਲੈ ਕੇ ਚੱਲੇ ਆ। ਪਹਿਲੀ ਹੈ ਅਪਰਸ, ਜਿਹੜੇ ਕਹਿੰਦੇ ਸਨ ਕਿ ਅਸੀਂ ਕਿਸੇ ਨੂੰ ਛਾਉਂਦੇ ਨਹੀਂ ਆ, ਭਾਵ ਆਪਣੇ ਲਾਗੇ ਨਹੀਂ ਲੱਗਣ ਦਿੰਦੇ। ਅਪਰਸ, ਆਪਣੇ ਨਾਲ ਕਿਸੇ ਨੂੰ ਖਹਿਣ ਨਹੀਂ ਦਿੰਦੇ। ਪ੍ਰਸ਼ਾਦਾ ਪਾਣੀ ਵੀ ਕਈ ਆਪਣਾ ਛਕਦੇ ਤੇ ਕਿਸੇ ਦੇ ਹੱਥ ਦਾ ਪ੍ਰਸ਼ਾਦਾ ਪਾਣੀ ਵੀ ਨਹੀਂ ਛਕਦੇ। ਅਪਰਸ ਜਿਹੜੇ ਕਿਸੇ ਨੂੰ ਆਪਣੇ ਲਾਗੇ ਨਾ ਲੱਗਣ ਦੇਣ। ਉਹਨਾਂ ਦੀ ਗੱਲ ਮਹਾਰਾਜ ਨੇ ਕੀਤੀ ਕਿ ਅਸਲੀ ਅਪਰਸ ਕੌਣ ਹੁੰਦੇ, ਅਸਲੀ ਅਪਰਸ ਪੁਰਸ਼ ਕੌਣ ਹੁੰਦੇ, ਜਿਹੜੇ ਤੇ ਪ੍ਰਸ਼ਾਦੇ ਨੂੰ ਹੱਥ ਲਾਉਣੋਂ ਹੀ ਡਰਦੇ ਆ, ਉਹ ਕਿ ਜਾਂ ਕੋਈ ਹੋਰ ਹੁੰਦੇ ਆ। ਗਏ ਸੀ ਨਾ ਭਾਈ ਮਰਦਾਨਾ ਜੀ, ਗਏ ਸੀ ਪ੍ਰਸ਼ਾਦਾ ਪਾਣੀ ਮੰਗਣ ਵਾਸਤੇ। ਉਹ ਇੱਕ ਅਪਰਸ ਸੀ, ਉਹਨੇ ਚੌਂਕਾ ਜਿਹੜਾ ਸੀ ਚੰਗਾ ਸਾਫ਼ ਕੀਤਾ, ਪੋਚਾ ਪੋਚਾ ਲਾਇਆ ਤੇ ਭਾਈ ਮਰਦਾਨਾ ਜੀ ਗਏ ਉਹਦੇ ਕੋਲੋਂ ਅੱਗ ਮੰਗਣ ਵਾਸਤੇ। ਅੱਗ ਮੰਗਣ ਵਾਸਤੇ ਗਏ ਭਾਈ ਮਰਦਾਨਾ ਜੀ, ਅਪਰਸ ਸੀ ਅੱਗਿਓਂ। ਭਾਈ ਮਰਦਾਨਾ ਜੀ ਨੇ ਜਾ ਕੇ ਚੌਂਕੇ 'ਤੇ ਚੜ੍ਹ ਕੇ ਜਾ ਕੇ ਕਹਿੰਦੇ ਭਾਈ ਮੈਨੂੰ ਅੱਗ ਦੇ, ਅਸੀਂ ਵੀ ਪ੍ਰਸ਼ਾਦਾ ਪਾਣੀ ਪਕਾਉਣਾ ਹੈ, ਠੰਡ ਬੜੀ ਹੈ, ਨਾਲੇ ਅੱਗ ਸੇਕਣੀ ਹੈ, ਮੇਰੇ ਗੁਰੂ ਸਾਹਿਬ ਦਾ ਹੁਕਮ ਹੈ। ਉਹ ਇੰਨੀ ਕੁ ਗੱਲ ਸੁਣੀ, ਪ੍ਰਸ਼ਾਦਾ ਪਕਾਉਣ ਲੱਗਾ ਸੀ, ਚਿਮਟਾ ਲੈ ਕੇ ਤੇ ਭਾਈ ਮਰਦਾਨੇ ਦੇ ਪਿੱਛੇ ਪੈ ਗਿਆ। ਕਹਿੰਦਾ ਤੂੰ ਮੇਰਾ ਸਾਰਾ ਚੁੱਲ੍ਹਾ ਚੌਂਕਾ ਹੀ ਪਿੱਟ ਦਿੱਤਾ। ਮੈਂ ਇੰਨੇ ਤਰੀਕੇ ਦੇ ਨਾਲ ਕਾਰਾਂ ਕੱਢੀਆਂ ਸਨ, ਇਹ ਮੈਂ ਇੰਨਾ ਸਫਾਈ ਕੀਤੀ ਸੀ ਤੇ ਇੰਨਾ ਕੁਝ ਕੀਤਾ ਤੇ ਤੂੰ ਜਿਹੜਾ ਆ ਕੇ ਮੇਰਾ ਚੁੱਲ੍ਹਾ ਪਿੱਟ ਦਿੱਤਾ। ਭਾਈ ਮਰਦਾਨਾ ਜੀ ਦੇ ਪਿੱਛੇ ਪੈ ਗਿਆ ਚਿਮਟਾ ਲੈ ਕੇ। ਭਾਈ ਮਰਦਾਨਾ ਭੱਜੇ ਮਹਾਰਾਜ ਕੋਲ ਪਹੁੰਚੇ ਆ, ਪਿੱਛੇ ਪਿੱਛੇ ਇਹ ਵੀ ਨਾਲ ਹੀ। ਤੇ ਜਾ ਕੇ ਉੱਥੇ ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਤੇ ਉੱਥੇ ਹੀ ਬਹਿ ਗਿਆ। ਫਿਰ ਸਤਿਗੁਰਾਂ ਨੇ ਸਮਝਾਇਆ ਭਾਈ ਅਸਲੀ ਅਪਰਸ ਕੌਣ ਹੁੰਦੇ ਆ। ਇਹ ਸੰਸਾਰ ਦੇ ਨਾਲੋਂ ਨਾਤਾ ਤੋੜ ਕੇ ਆਪਣਾ ਵੱਖਰਾ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਛਕਣ ਵਾਲੇ ਅਪਰਸ ਨਹੀਂ ਹੁੰਦੇ। ਅਸਲ ਅਪਰਸ ਉਹ ਮਨੁੱਖ ਹੁੰਦੇ ਆ ਜਿਹੜੇ ਜੀਵਨ ਦੇ ਵਿੱਚ ਨਾਮ ਕਮਾਉਂਦੇ ਆ। ਉਹਨਾਂ ਦੀ ਗੱਲ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰਨੀ ਹੈ ਕਿ ਅਪਰਸ ਕਿਹੜੇ ਹੁੰਦੇ ਆ। ਫਿਰ ਦੂਸਰੀ ਜਿਹੜੀ ਸੰਖਿਆ ਹੈ ਮਨੁੱਖਾਂ ਦੀ, ਉਹ ਹੈ ਵੈਸ਼ਨੂੰ। ਜਿਹੜੇ ਵੈਸ਼ਨੂੰ ਰਹਿੰਦੇ ਆ, ਜਿਹੜੇ ਵਿਸ਼ਨੂੰ ਨੂੰ ਧਿਆਉਣ ਵਾਲੇ ਆ, ਉਹਨਾਂ ਦੀ ਗੱਲ ਕੀਤੀ। ਵੈਸ਼ਨੂੰ ਜਿਹੜੇ ਕੁਝ ਖਾਂਦੇ ਪੀਂਦੇ ਨਹੀਂ, ਕੁਛ ਵੀ ਕਿਸੇ ਜੀਵ ਦੀ ਹੱਤਿਆ ਨਹੀਂ ਕਰਦੇ, ਉਹਨਾਂ ਦੀ ਗੱਲ ਕੀਤੀ ਹੈ ਕਿ ਵੈਸ਼ਨੂੰ ਹੁੰਦੇ ਕੌਣ ਆ। ਫਿਰ ਉਸ ਤੋਂ ਬਾਅਦ ਮਹਾਰਾਜ ਨੇ ਗੱਲ ਕੀਤੀ ਹੈ ਭਗਉਤੀ ਪੁਰਖ ਦੀ। ਭਗਉਤੀ ਕੌਣ ਹੁੰਦਾ ਹੈ?
ਜਿਹੜੇ ਰਾਸਧਾਰੀਏ ਸਨ ਨਾ, ਜਿਹੜੇ ਕ੍ਰਿਸ਼ਨ ਦੀਆਂ ਰਾਸਾਂ ਬਣਾ ਬਣਾ ਕੇ ਨੱਚਦੇ ਸਨ, ਉਹਨਾਂ ਨੂੰ ਰਾਸਧਾਰੀਏ ਕਿਹਾ ਜਾਂਦਾ ਸੀ। ਕ੍ਰਿਸ਼ਨ ਦੀਆਂ ਰਾਸਾਂ ਪਾਉਂਦੇ ਸਨ, ਭਾਵ ਜਿਵੇਂ ਰਾਮਲੀਲਾ ਹੁੰਦੀ ਹੈ, ਕ੍ਰਿਸ਼ਨ ਲੀਲਾ ਹੁੰਦੀ ਹੈ, ਇਸ ਤਰ੍ਹਾਂ ਉਹ ਉਹਨਾਂ ਦੇ ਭੇਖ ਬਣਾ ਕੇ ਨੱਚਦੇ ਸਨ। ਤੇ ਮਹਾਰਾਜ ਨੇ ਅੱਜ ਇਸ ਅਸ਼ਟਪਦੀ 'ਚ ਦੱਸਣਾ ਕੀਤਾ ਕਿ ਅਸਲ ਭਗਉਤੀ ਕੌਣ ਹੁੰਦੇ। ਫਿਰ ਅਗਲਾ ਸ਼੍ਰੇਣੀ ਹੈ ਪੰਡਤ। ਪੰਡਤ ਗਿਆਨਵਾਨ ਹੁੰਦਾ ਹੈ, ਤੇ ਗਿਆਨਵਾਨ ਪੁਰਸ਼ ਨੂੰ ਪੰਡਤ ਕਿਹਾ ਜਾਂਦਾ ਹੈ। ਇਸੇ ਕਰਕੇ ਮਹਾਰਾਜ ਨੇ ਅੱਜ ਇਸ ਬਾਣੀ 'ਚ ਦੱਸਿਆ ਇਸ ਅਸ਼ਟਪਦੀ 'ਚ ਕਿ ਅਸਲੀ ਜਿਹੜਾ ਪੁਰਸ਼ ਹੈ ਪੰਡਤ, ਉਹ ਕੌਣ ਹੈ। ਉਹ ਪੰਡਤ ਨਹੀਂ ਜਿਹਨੂੰ ਵਿਦਿਆ ਦਾ ਹੰਕਾਰ ਹੈ। ਅਸਲੀ ਪੰਡਤ ਮਹਾਰਾਜ ਇੱਥੇ ਦੱਸਣਗੇ ਕਿ ਅਸਲੀ ਪੰਡਤ ਕੌਣ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਸ਼ਲੋਕ ਦੇ ਅੰਦਰ ਮਹਾਰਾਜ ਕਹਿੰਦੇ ਆ, ਭਾਈ ਉਰ ਧਾਰ ਹੈ ਜੋ ਅੰਤਰ ਨਾਮ। ਜਿਹੜਾ ਮਨੁੱਖ ਆਪਣੇ ਹਿਰਦੇ ਦੇ ਵਿੱਚ ਉਰ ਧਾਰ ਹੈ, ਉਰ ਦਾ ਅਰਥ ਹੁੰਦਾ ਹਿਰਦਾ, ਮਨ, ਉਹਦੇ ਵਿੱਚ ਨਾਮ ਨੂੰ ਧਾਰਨ ਕਰ ਲਵੇ। ਉਰ ਧਾਰ ਹੈ ਜੋ ਅੰਤਰ ਨਾਮ ਸਰਬ ਮੈਂ ਪੇਖਿਆ ਭਗਵਾਨ। ਸਾਰਿਆਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੂੰ ਪੇਖਿਆ, ਸਾਰਿਆਂ ਦੇ ਵਿੱਚ ਪਰਮੇਸ਼ਰ ਨੂੰ ਜਿਹੜਾ ਦੇਖਦਾ ਹੈ, ਆਪਣੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਟਿਕਾਉਂਦਾ ਹੈ। ਨਿਮਖ ਨਿਮਖ ਠਾਕੁਰ ਨਮਸਕਾਰੈ। ਨਿਮਖ ਨਿਮਖ ਪਲ ਪਲ ਦੇ ਵਿੱਚ ਉਹ ਪਰਮੇਸ਼ਰ ਵਾਹਿਗੁਰੂ ਦੇ ਅੱਗੇ ਨਮਸਕਾਰਾਂ ਕਰਦਾ ਰਹਿੰਦਾ, ਬੰਦਨਾ ਕਰਦਾ ਰਹਿੰਦਾ। ਨਾਨਕ ਉਹ ਅਪਰਸ ਸਗਲ ਨਿਸਤਾਰ ਹੈ। ਸਤਿਗੁਰ ਕਹਿੰਦੇ ਉਹ ਮਨੁੱਖ ਅਪਰਸ ਹੈ ਤੇ ਉਹ ਸਾਰਿਆਂ ਨੂੰ ਨਿਸਤਾਰ ਕਰ ਸਕਦਾ, ਸਾਰਿਆਂ ਦਾ, ਸਾਰਿਆਂ ਦੀ ਗਤੀ ਕਰ ਸਕਦਾ, ਸਾਰਿਆਂ ਨੂੰ ਮੁਕਤੀ ਦਾ ਦਾਨ ਦੇ ਸਕਦਾ ਹੈ। ਜਿਹੜਾ ਮਨੁੱਖ ਆਪ ਅਪਰਸ ਹੋ ਜਾਵੇ, ਜਿਹੜਾ ਨਿਮਕ ਨਿਮਕ ਪਰਮੇਸ਼ਰ ਨੂੰ ਸਿਮਰੇ, ਪਰਮੇਸ਼ਰ ਨੂੰ ਧਿਆਵੇ, ਬੰਦਨਾ ਕਰੇ, ਜਿਹੜਾ ਉਰ ਧਾਰ ਹੈ ਅੰਤਰਨਾਮ ਤੇ ਸਾਰਿਆਂ 'ਚ ਪਰਮੇਸ਼ਰ ਨੂੰ ਦੇਖਣ ਵਾਲਾ ਹੋਵੇ। ਅਸ਼ਟਪਦੀ, ਅਸ਼ਟਪਦੀ 'ਚ ਮਹਾਰਾਜ ਅਪਰਸ ਦੇ ਗੁਣ ਦੱਸਦੇ ਆ ਕਿ ਅਪਰਸ ਮਨੁੱਖ ਦੇ ਕੀ ਗੁਣ ਹਨ। ਤੇ ਜੇ ਆਪਾਂ ਵੀ ਇਹ ਅਸ਼ਟਪਦੀ ਦਾ ਇਹ ਪਹਿਲਾ ਪਤਾ ਹੀ ਆਪਣੇ ਜੀਵਨ 'ਚ ਵਿਚਾਰ ਦਈਏ ਤੇ ਅਸੀਂ ਵੀ ਬ੍ਰਹਮ ਗਿਆਨੀ ਪਦਵੀ ਨੂੰ ਪ੍ਰਾਪਤ ਹੋ ਜਾਵਾਂਗੇ। ਕਿਉਂਕਿ ਉਹੀ ਨੇ ਜੋ ਫਰੀਦ ਸਾਹਿਬ ਨੇ ਕਹਿੰਦੇ ਨਾ, ਅੱਜ ਮਿਲਾਵਾ ਸ਼ੇਖ ਫਰੀਦ, ਟਾਕਿਮ ਕੁੰਜੜੀਆਂ ਮਨੋਂ ਮਚਿੰਦੜੀਆਂ। ਇਹ ਟਾਕਿਮ ਕੁੰਜੜੀਆਂ ਹਨ ਜਿਹੜੀਆਂ ਮਨ ਨੂੰ ਮਚਿੰਦ ਕੇ ਰੱਖਦੀਆਂ। ਤੇ ਅੱਜ ਹੀ ਮਿਲਾਵਾ ਸ਼ੇਖ ਫਰੀਦ ਕਹਿੰਦੇ ਤੇਰਾ ਹੋ ਸਕਦਾ ਜੇ ਇਹਨਾਂ ਦੇ ਉੱਤੇ ਕਾਬੂ ਪਾ ਲਿਓ। ਕੀ ਕਾਬੂ ਪਾਉਣ ਵਾਲੀਆਂ ਕਿਹੜੀਆਂ ਚੀਜ਼ਾਂ ਹਨ, ਉਹਨਾਂ ਦੇ ਬਾਰੇ ਸਤਿਗੁਰੂ ਬਿਆਨ ਕਰਦੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਮਿੱਥਿਆ ਨਾਹੀਂ ਰਸਨਾ ਪਰਸ। ਮਹਾਰਾਜ ਕਹਿੰਦੇ ਸਭ ਤੋਂ ਪਹਿਲੀ ਗੱਲ ਆ ਮਿੱਥਿਆ, ਝੂਠ, ਝੂਠੇ ਬਚਨਾਂ ਦੇ ਨਾਲ ਨਾ ਹੀ ਰਸਨਾ ਪਰਸ, ਆਪਣੀ ਰਸਨਾ ਨੂੰ ਜਿਹੜਾ ਹੈ ਨਾ ਸਪਰਸ਼ ਨਾ ਹੋਣ ਦੇ, ਝੂਠ ਦੇ ਨਾਲ। ਝੂਠ ਨਾ ਬੋਲ ਆਪਣੀ ਰਸਨਾ ਤੋਂ। ਮਿੱਥਿਆ ਨਾ ਹੀ ਰਸਨਾ ਪਰਸ। ਮਿੱਥਿਆ ਦਾ ਅਰਥ ਕਰਾਂਗੇ ਝੂਠ, ਨਹੀਂ ਰਸਨਾ ਪਰਸ। ਰਸਨਾ ਨੂੰ, ਜੀਭ ਨੂੰ ਜਿਹੜਾ ਹੈ ਝੂਠ ਦੇ ਵਿੱਚ ਨਾ ਪਰਸ, ਨਾ ਲਾ। ਝੂਠ ਕੀ ਹੈ? ਦੂਸਰਿਆਂ ਦੀ ਨਿੰਦਿਆ ਕਰਨੀ, ਦੂਸਰਿਆਂ ਦੇ ਬਾਰੇ ਮਾੜਾ ਬੋਲਣਾ, ਇਹੀ ਝੂਠ ਹੈ। ਕਿਸੇ ਬਾਰੇ ਕੁਝ ਪਤਾ ਵੀ ਨਾ ਹੋਣਾ ਤਾਂ ਵੀ ਉਹਦੇ ਬਾਰੇ ਲੋਕਾਂ ਨੂੰ ਕਹਿ ਕਹਿ ਕੇ ਸੁਣਾਉਣਾ। ਮਾਰੇ ਕਹਿੰਦੇ ਪਹਿਲੀ ਗੱਲ ਇਹ ਛੱਡ ਦੇ ਭਾਈ, ਤੂੰ ਆਪਣੀ ਰਸਨਾ ਤੋਂ ਝੂਠ ਬੋਲਣਾ ਛੱਡ ਦੇ, ਆਪਣੀ ਰਸਨਾ ਤੋਂ ਦੂਸਰਿਆਂ ਦੀ ਨਿੰਦਿਆ ਕਰਨੀ ਜਿਹੜੀ ਉਹ ਛੱਡ ਦੇ। ਪਰ ਨਿੰਦਿਆ ਦਾ ਰਸ ਬੜਾ ਹੁੰਦਾ ਹੈ। ਜੇ ਕੋਈ ਲਾਗੇ ਬੈਠਾ ਕਿਸੇ ਦੀ ਨਿੰਦਿਆ ਕਰੀ ਜਾਵੇ ਨਾ ਤੇ ਉਹ ਬੰਦਾ ਉਸੇ ਵੇਲੇ ਉੱਧਰ ਨੂੰ ਕੰਨ ਖੜੇ ਕਰ ਲੈਂਦਾ। ਤੇ ਮਸ਼ਕੀਨ ਸਾਹਿਬ ਇੱਥੋਂ ਤੱਕ ਕਹਿੰਦੇ ਜੇ ਕੋਈ ਬੰਦਾ ਬਿਮਾਰ ਹੈ ਨਾ, ਮੰਜੇ ਤੇ ਪਿਆ ਹੈ, ਬੜਾ ਬੁਰਾ ਹਾਲ ਹੈ, ਚੀਕਾਂ ਮਾਰਦਾ ਪਿਆ, ਹਾਏ ਮੈਂ ਮਰ ਗਿਆ ਮਰ ਗਿਆ, ਕਹਿੰਦੇ ਉਹਦੇ ਲਾਗੇ ਉਹਦੇ ਦੁਸ਼ਮਣ ਦੀ ਜਾ ਕੇ ਨਿੰਦਿਆ ਕਰ ਦੋ ਨਾ ਤੇ ਉਹ ਵੀ ਉੱਠ ਕੇ ਖੜਾ ਹੋ ਕੇ ਬਹਿ ਜਾਂਦਾ ਕਿ ਦੱਸਾਂ ਭਾਈ ਉਹਨੇ ਕੀ ਕਿਹਾ। ਐਸੀ ਹੈ ਨਿੰਦਿਆ ਦਾ ਰਸ, ਐਸਾ ਹੈ ਝੂਠ ਦਾ ਰਸ। ਮਾਰੇ ਕਹਿੰਦੇ ਭਾਈ ਪਹਿਲਾਂ ਤੇ ਇਹ ਛੱਡ। ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਮਨ ਦੇ ਵਿੱਚ ਪ੍ਰੀਤ ਪਾ ਪਰਮੇਸ਼ਰ ਹਰੀ ਦੀ। ਮਨ ਮੈਂ ਅੰਤਿਸ਼ਕਰਨ ਦੇ ਵਿੱਚ ਹਰੀ ਪ੍ਰੀਤਮ ਨੂੰ, ਵਾਹਿਗੁਰੂ ਨੂੰ ਮਨ ਮੈਂ ਪ੍ਰੀਤ ਨਿਰੰਜਨ, ਨਿਰਅੰਜਨ ਜਿਹੜਾ ਕਾਲਖ ਤੋਂ ਰਹਿਤ ਵਾਹਿਗੁਰੂ ਹੈ ਉਹਦੇ ਨਾਲ ਪ੍ਰੀਤ ਪਾ। ਨਿਰੰਜਨ ਦਰਸ, ਉਹਦੇ ਦਰਸ਼ਨਾਂ ਦੀ ਪ੍ਰੀਤੀ ਪਾ ਕਿ ਮੈਨੂੰ ਉਸ ਪਰਮੇਸ਼ਰ ਦੇ ਦਰਸ਼ਨ ਹੋ ਜਾਣ। ਐਸੀ ਪ੍ਰੀਤ, ਐਸੇ ਖਿਆਲ ਆਪਣੇ ਮਨ 'ਚ ਲੈ ਕੇ ਆ। ਫਿਰ ਉਸ ਤੋਂ ਬਾਅਦ ਦੂਸਰਾ ਕੀ ਤਿਆਗਣਾ ਹੈ? ਪਰ ਤ੍ਰੈ ਰੂਪ ਨਾ ਪੇਖੈ ਨੇਤਰ। ਇਹ ਸਭ ਤੋਂ ਵੱਡਾ ਕਾਮੀ ਵਿਕਾਰ ਹੈ ਸਾਡੇ ਅੰਦਰ। ਪਰ ਤ੍ਰੈ ਰੂਪ, ਪਰਾਏ ਰੂਪ ਦੇਖਣ ਦਾ ਸਭ ਤੋਂ ਵੱਡਾ ਵਿਕਾਰ ਹੈ ਸਾਡੇ ਅੰਦਰ। ਪਰ ਤ੍ਰੈ ਰੂਪ ਨਾ ਪੇਖੈ ਨੇਤਰ। ਪਰ ਤ੍ਰੈ, ਤ੍ਰੈ ਦਾ ਅਰਥ ਹੁੰਦਾ ਇਸਤਰੀ। ਪਰਾਈਆਂ ਇਸਤਰੀਆਂ ਦਾ ਰੂਪ ਜਿਹੜਾ ਉਹ ਵੇਖਣਾ ਛੱਡ ਦੇ। ਸਿੱਧੀ ਸਤਿਗੁਰਾਂ ਨੇ ਗੱਲ ਕਹੀ ਹੈ ਭਾਈ, ਪਰ ਤ੍ਰੈ ਰੂਪ ਨਾ ਪੇਖੈ ਨੇਤਰ। ਨੇਤਰਾਂ ਰਾਹੀਂ ਪਰਾਈਆਂ ਇਸਤਰੀਆਂ ਨੂੰ, ਉਹਨਾਂ ਦੇ ਸਰੀਰ ਨੂੰ, ਉਹਨਾਂ ਦੇ ਰੂਪ ਨੂੰ ਦੇਖਣਾ ਛੱਡ ਦੇ। ਇਹਦਾ ਇਹ ਮਤਲਬ ਨਹੀਂ ਕਿ
ਔਰਤ ਨੂੰ ਦੇਖਣਾ ਹੀ ਨਹੀਂ ਆ, ਇਸਤਰੀ ਨੂੰ ਦੇਖਣਾ ਨਹੀਂ ਆ। ਪਰ ਕਹਿੰਦੇ ਵਿਕਾਰੀ ਬਿਰਤੀ ਦੇ ਨਾਲ ਦੇਖਣਾ ਛੱਡ ਦੇ। ਜਿਵੇਂ ਤੂੰ ਆਪਣੀ ਭੈਣ ਨੂੰ, ਆਪਣੀ ਪਤਨੀ ਨੂੰ, ਆਪਣੇ ਮਾਂ ਨੂੰ ਦੇਖਦਾ ਹੈ, ਉਸ ਤਰੀਕੇ ਦੇ ਨਾਲ ਤੂੰ ਦੂਸਰਿਆਂ ਦੇ ਅੰਦਰ ਵੀ ਉਸੇ ਤਰੀਕੇ ਨਾਲ ਦੇਖ। ਇਸ ਤਰ੍ਹਾਂ ਨਾ ਦੇਖ, ਵਿਕਾਰੀ ਬਿਰਤੀ ਛੱਡ ਦੇ। ਜਿਵੇਂ ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ, ਇਸ ਤਰ੍ਹਾਂ ਜਾਣ, ਇਸ ਤਰ੍ਹਾਂ ਦਾ ਧਿਆਨ ਰੱਖ। ਪਰ ਤ੍ਰਿਆ ਰੂਪ ਨਾ ਵੇਖਿਆ ਨੇਤਰ, ਨੇਤਰਾਂ ਰਾਹੀਂ ਪਰਾਇਆ ਸਰੀਰ ਵੇਖਣਾ ਛੱਡ ਦੇ। ਸਾਧ ਕੀ ਟਹਿਲ ਸੰਤ ਸੰਗ ਹੇਤ, ਫਿਰ ਸਾਧ ਸੰਗਤ ਕਰ ਤੇ ਸਾਧਾਂ ਦੀ ਟਹਿਲ ਕਰ, ਸੰਤ ਸੰਗ ਹੇਤ, ਸਤ ਸੰਗਤ ਦੀ ਹੇਤ ਕਰ, ਪਿਆਰ ਪਾ ਸਤ ਸੰਗਤ ਦੇ ਨਾਲ, ਇਹ ਕੰਮ ਕਰ। ਪਰਾਇਆ ਰੂਪ ਦੇਖਣਾ ਛੱਡ ਦੇ, ਵਿਕਾਰ ਕਰਨੇ ਛੱਡ ਦੇ। ਪਰਾਏ ਰੂਪ ਵੇਖ ਕੇ ਮਨ 'ਚ ਜਿਹੜੇ ਵਿਕਾਰ ਪੈਦਾ ਹੁੰਦੇ ਤੇਰੇ, ਉਹ ਵਿਕਾਰ, ਉਹ ਗੱਲ ਖਿਆਲ ਬਣਾਉਣੇ ਛੱਡ ਦੇ ਮਨ ਦੇ ਵਿੱਚ। ਤੇ ਸਾਧ ਕੀ ਟਹਿਲ ਸੰਤ ਸੰਗ ਹੇਤ, ਸਾਧੂਆਂ ਦੀ ਸੰਗਤ ਕਰ, ਟਹਿਲ ਕਰ, ਸੇਵਾ ਕਰ, ਸੰਤ ਸੰਗ ਹੇਤ, ਪਿਆਰ ਪਾ ਸਤ ਸੰਗਤ ਦੇ ਨਾਲ। ਫਿਰ ਉਸ ਤੋਂ ਬਾਅਦ ਕੰਨ ਨਾ ਸੁਣੇ ਕਾਹੂ ਕੀ ਨਿੰਦਾ, ਫਿਰ ਕੰਨਾਂ ਦੇ ਨਾਲ ਦੂਸਰੇ ਦੀ ਨਿੰਦਾ ਜਿਹੜੀ ਉਹ ਸੁਣਨੀ ਛੱਡ ਦੇ, ਪਰਾਏ ਦੀ ਨਿੰਦਾ ਸੁਣਨੀ ਛੱਡ ਦੇ। ਜੇ ਕੋਈ ਆਉਂਦਾ ਹੈ ਤੇਰੇ ਲਾਗੇ ਨਿੰਦਿਆ ਕਰਨ, ਤੇ ਚੁੱਪ ਕਰਕੇ ਪਾਸਾ ਵੱਟ ਕੇ ਹੋਰ ਪਾਸੇ ਬਹਿ ਜਾ, ਉਹਦੇ ਲਾਗੇ ਨਾ ਬਹਿ। ਨਿੰਦਿਆ ਕਰਨ ਵਾਲੇ ਪੁਰਸ਼ ਦੇ ਲਾਗੇ ਨਾ ਬਹਿ। ਅਸਲ 'ਚ ਕੀ ਹੁੰਦਾ ਹੈ ਸਾਧ ਸੰਗਤ, ਕਿ ਜਿੰਨਾ ਵੀ ਕੀਤਾ ਜਪ ਤਪ ਹੁੰਦਾ ਹੈ ਨਾ ਸਾਡਾ, ਜਿੰਨੀ ਅਸੀਂ ਸੰਗਤ ਕੀਤੀ ਹੁੰਦੀ ਹੈ, ਉਹ ਇਹ ਵਿਕਾਰ ਸਾਡੇ ਖੋਹ ਲੈਂਦੇ ਆ। ਕੰਨਾਂ ਰਾਹੀਂ ਜਦੋਂ ਅਸੀਂ ਪਰਮੇਸ਼ਰ ਦਾ ਜਸ ਸੁਣਦੇ ਹਾਂ, ਉਹ ਸੁਣਿਆ ਹੋਇਆ ਜਸ ਕੰਨਾਂ ਰਾਹੀਂ ਖੋਇਆ ਜਾਂਦਾ ਜਦੋਂ ਅਸੀਂ ਕੰਨਾਂ ਦੇ ਰਾਹੀਂ ਸੁਣਦੇ ਹਾਂ ਨਿੰਦਿਆ ਕਿਸੇ ਦੀ। ਜਦੋਂ ਕਿਸੇ ਦੀ ਨਿੰਦਿਆ ਸੁਣਨ ਲੱਗ ਪੈਂਦੇ, ਉਹ ਕੰਨਾਂ ਰਾਹੀਂ ਜਿਹੜਾ ਰਸ ਬਾਣੀ ਦਾ ਮਾਣਿਆ ਹੁੰਦਾ ਉਹ ਖੋਇਆ ਜਾਂਦਾ, ਉਹ ਖਤਮ ਹੋ ਜਾਂਦਾ। ਤੇ ਜਦੋਂ ਅਸੀਂ ਨੇਤਰਾਂ ਦੇ ਨਾਲ ਗੁਰੂ ਦਾ ਦਰਸ਼ਨ ਕੀਤਾ ਹੁੰਦਾ ਹੈ, ਬਾਣੀ ਪੜ੍ਹੀ ਹੁੰਦੀ ਹੈ ਨੇਤਰਾਂ ਦੇ ਨਾਲ ਦੇਖ ਦੇਖ ਕੇ, ਉਹ ਫਿਰ ਉਹ ਵੀ ਖਤਮ ਹੋ ਜਾਂਦਾ ਹੈ ਜਦੋਂ ਅਸੀਂ ਪਰਾਇਆ ਰੂਪ ਦੇਖਦੇ ਹਾਂ। ਜੀਵ ਦੇ ਨਾਲ ਪਰਮੇਸ਼ਰ ਦਾ ਨਾਮ ਜਪਿਆ ਹੁੰਦਾ ਹੈ, ਤੇ ਜਦੋਂ ਅਸੀਂ ਪਰਾਈ ਨਿੰਦਿਆ ਕਰਦੇ ਹਾਂ, ਝੂਠ ਬੋਲਦੇ ਹਾਂ, ਤੇ ਉਹ ਰਸ ਵੀ ਖਤਮ ਹੋ ਜਾਂਦਾ, ਉਹ ਵੀ ਖੋਇਆ ਜਾਂਦਾ। ਇਹ ਰੋਜ਼ ਹੀ ਲੁੱਟਦੇ ਆ ਸਾਨੂੰ ਵਿਕਾਰ, ਇਸ ਤਰੀਕੇ ਦੇ ਨਾਲ ਲੁੱਟਦੇ, ਇੰਦਰੀਆਂ ਦੇ ਨਾਲ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਮਹਾਰਾਜ ਕਹਿੰਦੇ ਕੰਨਾਂ ਦੇ ਨਾਲ ਪਰਾਈ ਨਿੰਦਿਆ ਨਾ ਸੁਣ, ਕਿਸੇ ਦੀ ਵੀ ਨਾ ਸੁਣ। ਇਹ ਨਾ ਸੋਚ, ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਮਨੁੱਖ ਕਹਿੰਦਾ ਲੈ ਉਹ ਤਾਂ ਸੱਚੀ ਇਦਾਂ ਕਰਦਾ, ਮੈਂ ਤਾਂ ਸੱਚ ਬੋਲਿਆ, ਇਹਦੇ ਵਿੱਚ ਨਿੰਦਿਆ ਕਾਹਦੀ ਹੋਊਗੀ। ਨਿੰਦਿਆ ਤੇ ਉਹ ਹੁੰਦੀ ਜੇ ਕੋਈ ਬੰਦਾ ਉਸੇ ਤਰ੍ਹਾਂ ਦਾ ਨਾ ਹੋਵੇ ਤੇ ਉਹਦੇ ਬਾਰੇ ਜੇ ਬੋਲ ਦਿੱਤਾ ਜਾਵੇ ਤੇ ਉਹ ਨਿੰਦਿਆ ਹੁੰਦੀ ਆ। ਕਿਸੇ ਬਾਰੇ ਸੱਚ ਕਹਿਣਾ ਨਿੰਦਿਆ ਨਹੀਂ ਹੁੰਦੀ। ਤੇ ਭਾਈ ਤੂੰ ਕਿਹੜਾ ਵੀ ਜਾਣਦਾ ਹੈ ਉਸ ਬੰਦੇ ਨੂੰ ਅੰਦਰੋਂ, ਕਿ ਉਹ ਅੰਦਰੋਂ ਕਿਵੇਂ ਦਾ। ਕਿਸੇ ਦੇ ਅੰਦਰ ਵੜ ਕੇ ਤੂੰ ਵੇਖਿਆ ਕਿ ਉਹ ਬੰਦਾ ਚੰਗਾ ਹੈ ਕਿ ਮਾੜਾ ਹੈ ਜਿਹਦੀ ਤੂੰ ਨਿੰਦਿਆ ਕਰਦਾ ਪਿਆ। ਇਸ ਕਰਕੇ ਕਿਸੇ ਦੀ ਵੀ ਨਾ ਕਾਹੂ ਕੀ ਭਾਵ, ਕਿਸੇ ਦੀ ਵੀ ਤੂੰ ਨਿੰਦਿਆ ਨਾ ਕਰ, ਭਾਵੇਂ ਕੋਈ ਚੰਗਾ ਹੈ ਤੇ ਭਾਵੇਂ ਕੋਈ ਮਾੜਾ ਹੈ। ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਕੰਨਾਂ ਰਾਹੀਂ ਕਿਸੇ ਦੀ ਤੂੰ ਨਿੰਦਿਆ ਨਾ ਸੁਣ। ਸਭ ਤੇ ਜਾਣੈ ਆਪਸ ਕੋ ਮੰਦਾ, ਸਾਰਿਆਂ ਤੇ ਆਪਣੇ ਆਪ ਨੂੰ ਮੰਦਾ ਗਿਆ ਕਿ ਮੈਂ ਬਹੁਤ ਮਾੜਾ ਹੈ, ਮੇਰਾ ਸੁਭਾਅ ਬਹੁਤ ਮਾੜਾ, ਮੇਰਾ ਮਨ ਬਹੁਤ ਵਿਕਾਰੀ। ਇਸ ਤਰ੍ਹਾਂ ਆਪਣੇ ਆਪ ਨੂੰ ਨੀਵਾਂ ਗਿਆ, ਹੰਕਾਰ ਨਾ ਕਰ ਇਸ ਗੱਲ ਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਗੁਰੂ ਦੀ ਕਿਰਪਾ ਦੇ ਨਾਲ। ਵਿਖਿਆ ਕੀ ਹੈ? ਵਿਖਿਆ ਦਾ ਅਰਥ ਸਾਧ ਸੰਗਤ ਵੈਸੇ ਹੁੰਦਾ ਹੈ ਜ਼ਹਿਰ। ਵਿਖਿਆ ਦਾ ਅਰਥ ਮਹਾਰਾਜ ਕਹਿੰਦੇ, ਜਿਹੜੀ ਵਿਖਿਆ ਦਾ ਇੱਥੇ ਆਪਾਂ ਅਰਥ ਕਰਾਂਗੇ ਵਿਸ਼ਿਆਂ ਵਿਕਾਰਾਂ ਦੀ ਜਿਹੜੀ ਵਾਸ਼ਨਾ ਹੈ। ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੇ ਚਰਨਾਂ 'ਚ ਪੈ ਕੇ ਤੂੰ ਇਹ ਵਿਖਿਆ ਜਿਹੜੀ ਹੈ ਨਾ ਵਾਸ਼ਨਾ ਮਨ ਦੇ ਤੇਰੇ ਅੰਦਰ ਪ੍ਰਗਟ ਹੁੰਦੀ ਹੈ ਵਾਰ-ਵਾਰ, ਕਿਤੇ ਕਾਮ ਦੀ, ਕਿਤੇ ਕ੍ਰੋਧ ਦੀ, ਕਿਤੇ ਲੋਭ ਦੀ, ਕਿਤੇ ਮੋਹ ਤੇ ਕਿਤੇ ਹੰਕਾਰ ਆ ਜਾਂਦਾ। ਮਹਾਰਾਜ ਕਹਿੰਦੇ ਇਹ ਜ਼ਹਿਰ ਖਤਮ ਕਰ ਗੁਰੂ ਦੇ ਦੁਆਰਾ, ਗੁਰੂ ਦੀ ਕਿਰਪਾ ਦੁਆਰਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਗੁਰੂ ਦੀ ਕਿਰਪਾ ਦੇ ਨਾਲ ਜਿਸ ਮਨੁੱਖ ਦੇ ਅੰਦਰੋਂ ਇਹ ਵਿਖਿਆ ਖਤਮ ਹੋ ਗਈ, ਜਿਸ ਦੇ ਅੰਦਰੋਂ ਇਹ ਵਿਕਾਰ ਖਤਮ ਹੋ ਗਏ, ਮਨ ਕੀ ਬਾਸਨਾ ਮਨ ਤੇ ਟਰੈ। ਮਹਾਰਾਜ ਕਹਿੰਦੇ ਮਨ ਦੀ ਬਾਸਨਾ ਨੂੰ ਮਨ ਰਾਹੀਂ ਟਾਰਨਾ। ਮਨ ਦੀ ਬਾਸਨਾ ਨੂੰ ਮਨ ਰਾਹੀਂ ਕਿਵੇਂ ਟਾਰਿਆ ਜਾਂਦਾ? ਸਾਧ ਸੰਗਤ ਸਾਡੇ ਅੰਦਰ ਨਾ ਹਮੇਸ਼ਾ ਹੀ ਦੋ ਵਿਚਾਰ ਚੱਲਦੇ ਹੁੰਦੇ ਆ, ਇੱਕ ਚੰਗੇ ਤੇ ਇੱਕ ਮਾੜੇ। ਕਿਤੇ ਸਾਡਾ ਮਨ ਵਿਕਾਰਾਂ ਵੱਲ ਧਾਉਂਦਾ ਹੈ ਤੇ ਉਹੀ ਇੱਕ ਪਾਸੇ ਸਾਡਾ ਮਨ ਕਹਿੰਦਾ ਹੁੰਦਾ ਭਾਈ ਇਹਨਾਂ ਕੰਮਾਂ 'ਚ ਰੱਖਿਆ ਗਈ ਹੈ, ਰੱਬ ਨੂੰ ਯਾਦ ਕਰ। ਤੇ ਉਹ ਜਿਹੜੇ ਚੰਗੇ ਵਿਚਾਰ ਹੁੰਦੇ ਆ ਨਾ ਮਨ ਦੇ, ਉਹਨਾਂ ਦੇ ਰਾਹੀਂ ਇਹ ਜਿਹੜੀ ਬਾਸ਼ਨਾ ਵਾਲੇ ਵਿਕਾਰ ਹੁੰਦੇ ਆ, ਇਹਨਾਂ ਨੂੰ ਦਬਾਉਣਾ ਹੁੰਦਾ, ਇਹਨਾਂ ਨੂੰ ਖਤਮ ਕਰਨਾ ਹੁੰਦਾ। ਤੇ ਜਿਹੜੇ ਇਹ ਹੁੰਦੇ ਆ ਨਾ ਚੰਗੇ ਵਿਚਾਰ ਮਨ ਦੇ, ਜਿਹੜੇ ਕਹਿੰਦੇ ਆ ਸਤ ਸੰਗਤ ਕਰਨੀ ਆ, ਨਾਮ ਜਪਣਾ ਹੈ, ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ, ਇਹਨਾਂ ਨੂੰ ਪ੍ਰਫੁੱਲਿਤ ਕਰਨਾ ਹੁੰਦਾ, ਇਹਨਾਂ ਦਾ ਜਸ ਵਧਾਉਣਾ ਹੁੰਦਾ। ਇਹਨਾਂ ਵਿਕਾਰਾਂ ਨੂੰ ਕੰਟਰੋਲ ਕਰਨ ਵਾਸਤੇ, ਵਾਸ਼ਨਾਵਾਂ ਨੂੰ ਕੰਟਰੋਲ ਕਰਨ ਵਾਸਤੇ
ਗੁਰੂ ਦਾ ਸ਼ਬਦ ਪੜ੍ਹ ਕੇ ਇਹ ਜਿਹੜੇ ਮਨ ਦੀ ਅਸਲੀ ਜਿਹੜੀ ਅਸਤਿਤਵ ਹੁੰਦਾ ਹੈ ਨਾ, ਜਿਹੜੇ ਗੁਣ ਹੁੰਦੇ ਆ ਉਹਨਾਂ ਨੂੰ ਵਧਾਉਣਾ ਹੁੰਦਾ ਹੈ। ਜਿਵੇਂ ਮਨ 'ਚ ਕੋਈ ਵਿਕਾਰ ਆ ਜਾਂਦਾ ਹੈ ਤੇ ਜਿਸ ਮਨੁੱਖ ਨੇ ਬਾਣੀ ਪੜ੍ਹੀ ਹੁੰਦੀ ਹੈ, ਫਿਰ ਉਹ ਕਹਿੰਦਾ ਹੈ ਕਿ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਬਚਾਓ। ਫਿਰ ਉਹ ਜਦੋਂ ਗਾਉਂਦਾ ਹੈ ਜਾਂ ਪੜ੍ਹਦਾ ਹੈ ਵਾਰ-ਵਾਰ, ਫਿਰ ਮਨ 'ਚ ਜੇ ਕੋਈ ਵਿਕਾਰ ਆਉਂਦਾ ਹੈ ਤੇ ਉਹ ਵੀ ਮੱਧਮ ਪੈ ਜਾਂਦਾ, ਉਹ ਵੀ ਖਤਮ ਹੋ ਜਾਂਦਾ। ਇਸੇ ਕਰਕੇ ਸਤਿਗੁਰਾਂ ਨੇ ਕਿਹਾ ਨਾ ਕਿ ਗੁਰ ਦੀ ਕਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਗੁਰੂ ਨੇ ਉਹ ਮੋਰੀ ਵਿਖਾ ਦਿੱਤੀ ਜਿਹਦੇ ਰਾਹੀਂ ਆਣ ਕੇ ਇਹ ਮਿਰਗ ਰੂਪੀ ਵਿਕਾਰ ਜਿਹੜੇ ਮਨ ਨੂੰ ਲੁੱਟਦੇ ਆ, ਗੁਰੂ ਉਹ ਮੋਰੀ ਦਿਖਾ ਦਿੰਦਾ ਹੈ। ਗੁਰ ਦੀ ਕਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ। ਚੋਰੀ ਆ ਕੇ ਜਿਹੜੇ ਅੰਮ੍ਰਿਤ ਲੁੱਟ ਕੇ ਲੈ ਜਾਂਦੇ ਸੀ ਨਾ, ਜਿਹੜੇ ਜਪ ਤਪ ਲੁੱਟ ਕੇ ਲੈ ਜਾਂਦੇ ਸੀ, ਬਾਣੀ ਪੜ੍ਹੀ ਹੋਈ ਨਹੀਂ ਲੁੱਟ ਕੇ ਲੈ ਜਾਂਦੇ ਸੀ, ਉਹ ਗੁਰੂ ਦੁਆਰਾ ਪਤਾ ਲੱਗਦੇ ਕਿ ਗੁਰੂ ਕਿਵੇਂ ਉਹਨਾਂ ਨੂੰ ਖਤਮ ਕਰਦਾ। ਮਨ ਕੀ ਵਾਸਨਾ ਮਨ ਤੇ ਡਰੈ। ਮਨ ਦੀ ਵਾਸਨਾ ਨੂੰ ਮਨ ਦੇ ਵਿਚਾਰਾਂ ਰਾਹੀਂ ਹੀ ਉਹਨੂੰ ਟਾਰਨਾ ਹੈ। ਉਹਦੇ ਉੱਤੇ ਜਿਹੜੇ ਜ਼ਿਆਦਾ ਪ੍ਰਭਾਵ ਪਾਉਣ ਵਾਲੇ ਵਿਕਾਰ ਹੁੰਦੇ ਆ ਨਾ, ਵਿਕਾਰ ਪ੍ਰਬਲ ਕਦੋਂ ਹੁੰਦੇ ਆ? ਜਦੋਂ ਅਸੀਂ ਬਾਹਰ ਜੁੜਦੇ ਹਾਂ, ਜਦੋਂ ਅਸੀਂ ਅੱਖਾਂ ਨਾਲ ਪਰਾਏ ਸਰੀਰ ਦੇਖਦੇ ਹਾਂ, ਜਦੋਂ ਕੰਨਾਂ ਰਾਹੀਂ ਨਿੰਦਾ ਸੁਣਦੇ ਹਾਂ, ਜਦੋਂ ਅਸੀਂ ਜੀਭਾਂ ਰਾਹੀਂ ਕਿਸੇ ਨੂੰ ਮਾੜੇ ਵਚਨ ਬੋਲਦੇ ਹਾਂ, ਉਦੋਂ ਇਹ ਪ੍ਰਬਲ ਹੁੰਦੇ ਆ। ਤੇ ਖਤਮ ਕਦੋਂ ਹੁੰਦੇ ਆ? ਜਦੋਂ ਇਹਨਾਂ ਨੂੰ ਆਪਣੇ ਮਨ ਦੇ ਵਿੱਚ ਹੀ ਖਤਮ ਕਰ ਲਿਆ ਜਾਂਦਾ। ਜਦੋਂ ਇੱਧਰ ਵੇਖਾਂਗੇ ਨਾ ਤੇ ਇਹ ਹੋਰ ਪੈਦਾ ਨਹੀਂ ਹੋਣਗੇ, ਜਿਹੜੇ ਅੰਦਰ ਮਾੜੇ ਮੋਟੇ ਪੈਦਾ ਹੋ ਜਾਣਗੇ, ਪੁਰਾਣੇ ਕਿਤੇ ਪੈਦਾ ਪਏ ਹੋਣਗੇ, ਉਹਨਾਂ ਨੂੰ ਫਿਰ ਸ਼ਬਦ ਰਾਹੀਂ ਅਸੀਂ ਨਾਸ਼ ਕਰ ਲੈਂਦੇ ਹਾਂ। ਸ਼ਬਦ ਫਿਰ ਪ੍ਰਬਲ ਹੋ ਕੇ ਉਹਨਾਂ ਮਨ ਦੀਆਂ ਵਾਸ਼ਨਾਵਾਂ ਨੂੰ ਮਨ ਤੇ ਹੀ ਟਾਰ ਦਿੰਦਾ ਹੈ, ਮਨ ਦੇ ਵਿੱਚ ਹੀ ਖਤਮ ਕਰ ਦਿੰਦਾ ਹੈ। ਜਿਵੇਂ ਇੱਕ ਯੁੱਧ ਹੁੰਦਾ ਹੈ ਨਾ, ਇੱਕ ਪਾਸੇ ਸਤੋ ਗੁਣ ਹਨ ਤੇ ਇੱਕ ਪਾਸੇ ਵਿਕਾਰੀ ਗੁਣ ਹਨ। ਉਹ ਫਿਰ ਯੁੱਧ ਹੁੰਦਾ ਹੈ ਸਾਡੇ ਅੰਦਰ ਇੱਕਦਮ, ਤੇ ਉਹ ਫਿਰ ਕਿਤੇ ਤੇ ਵਿਕਾਰ ਜਿੱਤ ਜਾਂਦੇ ਆ ਤੇ ਕਿਤੇ ਸਤਗੁਣ ਜਿੱਤ ਜਾਂਦੇ ਆ। ਪਰ ਖਾਲਸਾ ਸੋਏ ਜੋ ਚੜੇ ਤਰੰਗ, ਖਾਲਸਾ ਸੋਏ ਜੋ ਕਰੇ ਨਿਤ ਜੰਗ। ਪਰ ਖਾਲਸਾ ਅਸਲੀ ਉਹ ਹੁੰਦਾ ਜਿਹੜਾ ਰੋਜ਼ ਹੀ ਜੰਗ ਕਰੇ। ਉਹ ਰੋਜ਼ ਹੀ ਮਨ ਦੇ ਵਿੱਚ ਇੱਕ ਪਾਸੇ ਸਤਗੁਣ ਹੁੰਦੇ, ਇੱਕ ਪਾਸੇ ਵਿਕਾਰ ਹੁੰਦੇ ਆ, ਰੋਜ਼ ਉਹਨਾਂ ਦੀ ਜੰਗ ਹੋਵੇ ਤੇ ਗੁਰੂ ਦੇ ਸ਼ਬਦ ਦੇ ਨਾਲ ਜਿਹੜੇ ਇਹ ਵਿਕਾਰ ਹਨ ਉਹ ਜਿੱਤੇ ਜਾਂਦੇ ਆ ਜਦੋਂ ਗੁਰੂ ਕਿਰਪਾ ਕਰਦਾ। ਮਨ ਕੀ ਵਾਸਨਾ ਮਨ ਤੇ ਡਰੇ। ਇਹ ਮਨ ਦੀ ਵਾਸਨਾ ਜਿਹੜੀ ਹੈ ਮਨ ਰਾਹੀਂ ਟਰ ਜਾਂਦੀ ਹੈ, ਖਤਮ ਹੋ ਜਾਂਦੀ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਇੰਦਰੀਆਂ ਨੂੰ ਜਿੱਤ ਲੈਂਦਾ ਨਾ ਜਦੋਂ ਮਨੁੱਖ, ਮਨ ਤੇ ਕਾਬੂ ਕਰਕੇ ਇੰਦਰੀਆਂ ਤੇ ਜਿੱਤ ਪ੍ਰਾਪਤ ਕਰ ਲੈਂਦਾ। ਜਦੋਂ ਮਨੁੱਖ ਇੰਦਰੀਆਂ ਨੂੰ ਜਿੱਤ ਲੈਂਦਾ, ਕੰਨ ਪਰਾਈ ਨਿੰਦਾ ਨਹੀਂ ਸੁਣਦੇ, ਜੀਭ ਮਿੱਠਾ ਬੋਲਦੀ ਹੈ, ਕਿਸੇ ਦੇ ਵਿਕਾਰ ਨਹੀਂ, ਝੂਠ ਨਹੀਂ ਬੋਲਦੀ, ਅੱਖਾਂ ਜਿਹੜੀਆਂ ਆ ਉਹ ਪਰਾਇਆ ਸਰੀਰ ਵੇਖਣਾ ਬੰਦ ਕਰ ਦਿੰਦੀਆਂ, ਫਿਰ ਇਹ ਪੰਜ ਵਿਕਾਰ ਜਿਹੜੇ ਆ ਇਹ ਜਿੱਤੇ ਜਾਂਦੇ ਆ। ਇੰਦਰੀ ਜਿੱਤ ਪੰਚ ਦੋਖ ਤੇ ਰਹਿ। ਇਹ ਪੰਜਾਂ ਵਿਕਾਰਾਂ ਤੋਂ ਰਹਿਤ ਜਦੋਂ ਮਨੁੱਖ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਉਹ ਅਸਲੀ ਅਪਰਸ ਹੈ। ਨਾਨਕ ਕੋਟ ਮਦੇ ਕੋ ਐਸਾ ਅਪਰਸ। ਕਰੋੜਾਂ ਦੇ ਵਿੱਚੋਂ ਕੋਈ ਇੱਕ ਐਸਾ ਅਪਰਸ ਮਨੁੱਖ ਹੈ ਜਿਹੜਾ ਇਹਨਾਂ ਉੱਤੇ ਕਾਬੂ ਪਾ ਸਕੇ, ਜਿਹਦੇ ਉੱਤੇ ਗੁਰੂ ਕਿਰਪਾ ਕਰਦਾ। ਨਾਨਕ ਕੋਟ ਮਦੇ, ਕਰੋੜਾਂ ਦੇ ਵਿੱਚ ਕੋਈ ਐਸਾ ਅਪਰਸ਼ ਹੈ, ਅਸ਼ੋਹ ਹੈ, ਜਿਹੜਾ ਇਹਨਾਂ ਪੰਜਾਂ ਵਿਕਾਰਾਂ ਤੋਂ ਅਸ਼ੋਹ ਰਹਿ ਜੇ। ਨਹੀਂ ਤੇ ਜ਼ਿਆਦਾਤਰ ਇਹ ਪੰਜ ਵਿਕਾਰ ਹੀ ਮਨੁੱਖ ਦਾ ਜਪ ਤਪ ਖੋਹਣ ਤੇ ਲੱਗੇ ਹੋਏ। ਕਰੋੜਾਂ ਦੇ ਵਿੱਚ ਮਹਾਰਾਜ ਨੇ ਕਿਹਾ ਕੋਈ ਇੱਕ ਹੈ ਜਿਹੜਾ ਬ੍ਰਹਮ ਗਿਆਨੀ ਬਣਦਾ ਇਹਨਾਂ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਕੇ, ਜਿਹੜਾ ਅਪਰਸ ਬਣਦਾ ਹੈ ਇਹਨਾਂ ਵਿਕਾਰਾਂ ਤੇ ਜਿੱਤ ਪ੍ਰਾਪਤ ਕਰਕੇ। ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਆ, ਵੈਸ਼ਨੂ ਸੋ ਜਿਸ ਉਪਰ ਸੋ ਪ੍ਰਸੰਨ। ਮਹਾਰਾਜ ਕਹਿੰਦੇ ਵੈਸ਼ਨੂ ਕੌਣ ਹੈ? ਵੈਸ਼ਨੂ ਭਗਤ ਹੋਏ ਆ ਜਿਹੜੇ ਵਿਸ਼ਨੂੰ ਨੂੰ ਧਿਆਉਂਦੇ ਆ, ਜਿਹੜੇ ਕਹਿੰਦੇ ਕਿ ਅਸੀਂ ਵਿਸ਼ਨੂੰ ਭਗਤ ਆ, ਉਹਨਾਂ ਨੂੰ ਵੈਸ਼ਨੂ ਕਿਹਾ ਜਾਂਦਾ, ਵਿਸ਼ਨ ਦੀ ਭਗਤੀ ਕਰਨ ਵਾਲੇ। ਮਹਾਰਾਜ ਕਹਿੰਦੇ ਅਸਲੀ ਵਿਸ਼ਨੂੰ ਦੇ ਭਗਤ, ਅਸਲੀ ਪਰਮੇਸ਼ਰ ਵਾਹਿਗੁਰੂ ਦੇ ਭਗਤ ਕੌਣ ਆ? ਉਹਨਾਂ ਦੀ ਗੱਲ ਕੀਤੀ। ਵੈਸ਼ਨੂ ਸੋ ਜਿਸ ਉੱਪਰ ਸੋ ਪ੍ਰਸੰਨ। ਮਹਾਰਾਜ ਕਹਿੰਦੇ ਉਹ ਹੈ ਵੈਸ਼ਨੂ ਜਿਹਦੇ ਉੱਤੇ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਪ੍ਰਸੰਨ ਹੋਵੇ, ਜਿਹਦੇ ਉੱਤੇ ਪ੍ਰਸੰਨ ਹੋਵੇ। ਵਿਸ਼ਨ ਕੀ ਮਾਇਆ ਤੇ ਹੋਏ ਪਿੰਨ। ਵਿਸ਼ਨ ਪਰਮੇਸ਼ਰ ਵਾਹਿਗੁਰੂ ਦੀ ਜਿਹੜੀ ਮਾਇਆ ਰਚੀ ਹੈ ਨਾ, ਉਸ ਮਾਇਆ ਤੋਂ ਵੱਖਰਾ ਰਹੇ, ਉਸ ਮਾਇਆ ਦੇ ਵਿੱਚ ਖਚਿਤ ਨਾ ਹੋਵੇ, ਮਾਇਆ ਨੂੰ ਕੋਲ ਨਾ ਆਉਣ ਦੇਵੇ, ਉਹ ਅਸਲ ਦੇ ਵਿੱਚ ਵੈਸ਼ਨੂ ਹੈ। ਕਰਮ ਕਰਤ ਹੋਵੇ ਨੇਹ ਕਰਮ। ਕਰਮ ਕਰੇ ਤੇ ਨੇਹ ਕਰਮ ਹੋ ਜਾਵੇ। ਕਰਮਾਂ ਨੂੰ ਕਰਦਿਆਂ ਨੇਹ ਕਰਮੀ ਨਿਸ਼ਕਾਮੀ ਕਰਮ ਕਰਨ ਲੱਗ ਪਵੇ, ਐਸਾ ਜੀਵਨ ਹੋ ਜਾਵੇ। ਕਰਮ ਕਰਤ ਹੋਵੇ ਨੇਹ ਕਰਮ, ਭਾਵ ਕਰਮ ਵੀ ਕਰੇ, ਦੂਸਰਿਆਂ ਦਾ ਭਲਾ ਵੀ ਕਰੇ ਤੇ ਉਹਨੂੰ ਚਿਤਾਰੇ ਨਾ ਕਿ ਮੈਂ ਕੀਤਾ। ਦੂਸਰਿਆਂ ਪ੍ਰਤੀ ਪਰਉਪਕਾਰ ਵੀ ਕਰੇ ਤੇ ਇਹ ਨਾ ਚਿਤਾਰੇ ਕਿ ਮੈਂ ਕੀਤਾ, ਸਗੋਂ ਇਹ ਕਰੇ ਕਿ ਵਾਹਿਗੁਰੂ ਇਹ ਸਾਰਾ ਕੁਝ ਤੇਰਾ ਦਿੱਤਾ ਹੈ ਤੇ ਤੇਰੇ ਦਿੱਤੀਆਂ ਦਾਤਾਂ ਦੇ ਵਿੱਚ ਮੈਂ ਇਹ ਸੇਵਾ ਜਿਹੜੀ ਉਹ ਕੀਤੀ।
कर्म करत कर्म भी करे ते नाल नेक कर्मी होके विचरे। कर्म करत होवे नेह कर्म तिस वैष्णु का निर्मल धर्म। महाराज कहते उस वैष्णु का ये जिहड़ा धर्म है ना वो निर्मल हो जाता है। इस वैष्णु का निर्मल धर्म ओदा निर्मल धर्म समझो, वो असली वैष्णु समझो, अपने धर्म च परपक्ष वैष्णु वो मनुख है जिहड़ा अपने मन दे तो माया की बाह छड्ड के ते नेह कर्मी हो जावे, वो असली वैष्णु भगत है। काहू फल की इच्छा नहीं वासै, किसी तरह के फल की इच्छा की वासना ना करे कि मैं आ फल मिल जाए, किसी तरह की कोई मन के फुरना ना आवे कि मैं जे ये काम किया है, ये परोपकार किया, इसका मैं फल भी मिलना चाहिए, पर कहते इच्छा ना करे। काहू फल की इच्छा नहीं वांछै, वांछै भाव चाहे ना चाहे कि मैनू कोई फल प्राप्त हो, बस कर्म करी जाए, कर्म करी जाए, जप तप सिमरन भजन बंदगी करी जाए, पर फल की इच्छा ना रखे। ये ना हो कि एक जपजी साहब का पाठ करके आखे कि मैनू तो इन्ना कुछ तो मिलना ही चाहिए, मैं तो अज पाठ किया। महाराज कहते नहीं, कर्म करत होवे ने कर्म, ये काम होवे उहदे विच किसी फल की वो मनुख इच्छा ना रखे, वो असली वैष्णु है, वो असली धर्मी मनुख है। केवल भगत कीर्तन संग राजे, सिर्फ तो सिर्फ परमेश्वर की भगती जिहड़ी है ना, भगती दे नाल प्यार दे नाल कीर्तन दे विच कीर्ति दे विच परमेश्वर दी लगा रहे, उहदा कीर्तन करता रहे, भाव नूं याद करता रहे। केवल भगत कीर्तन संग राजे, सिर्फ भगती करे, कीर्तन की भगती करे, हमेशा परमेश्वर नूं सिमरी जावे, याद करी जावे। मन तन अंतर सिमरन गोपाल, मन दे विच ते तन दे राही, मन तन अंतर सिमरन गोपाल, प्रभु दा वाहिगुरू दा सिमरन करे। मन तन अंतर सिमरन गोपाल, गोपाल का अर्थ होंदा है जिहड़ा धरती नूं पालण वाला अकाल पुरख वाहे। गो का अर्थ होंदा पृथ्वी ते पाल का अर्थ होंदा पालक। पृथ्वी नूं पालण वाला जो वाहिगुरू परमेश्वर है, ਉਹਦਾ सिमरन करे तन ते मन दे नाल। मन तन अंतर सिमरन गोपाल, सब उपर होवत कृपाल, सारियां दे उत्ते वो कृपालू होवे, भाव सारियां ते दया करन वाला होवे। ਜਿਹੜਾ भी आवे ਉਹਦੇ ਨਾਲ प्यार नाल बोले, सारियां दे नाल दयालु सुभाव रखे, सब उपर होवत कृपाल, आप दृढ़ अवरै नाम जपावे। आप भी दृढ़ करे नाम नूं, आप भी परपक्ष होवे नाम दे विच, ਤੇ ਮਾਰੇ ਕਹਿੰਦੇ ਅਵਰੈ ਨਾਮ ਜਪਾਵੇ, ਤੇ ਦੂਸਰਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਕਰੇ। ਆਪ ਵੀ ਨਾਮ ਜਪਦਾ ਹੋਵੇ, ਦ੍ਰਿੜ ਹੋਵੇ ਨਾਮ, ਤੇ ਦੂਸਰਿਆਂ ਨੂੰ ਨਾਮ ਜਪਣ ਦੀ ਪ੍ਰੇਰਨਾ ਕਰੇ। ਇਹ ਨਾ ਹੋਵੇ ਕਿ ਆਪ ਦ੍ਰਿੜ ਕੀਤਾ ਨਾ ਹੋਵੇ ਤੇ ਦੂਸਰੇ ਨੂੰ ਕਹੀ ਜਾਵੇ ਜਪੋ ਜਪੋ ਜਪੋ, ਨਹੀਂ, ਪਹਿਲਾਂ ਆਪ ਦ੍ਰਿੜ ਕਰੇ। ਆਪ ਦ੍ਰਿੜ ਅਵਰੈ ਨਾਮ ਜਪਾਵੇ, ਫਿਰ ਹੋਰਾਂ ਨੂੰ ਵੀ ਪ੍ਰੇਰਿਤ ਕਰੇ, ਭਾਈ ਮੈਂ ਵੀ ਜਪਦਾ ਤੇ ਆਓ ਆਪਾਂ ਸਾਰੇ ਰਲ ਕੇ ਜਪੀਏ। ਆਪ ਦ੍ਰਿੜ ਅਵਰੈ ਨਾਮ ਜਪਾਵੇ। सतगुरु गुरु अर्जन साहब बख्शिश करते, कहते नानक वैष्णु परमगत भावै। असल दे विच वो मनुख जिहड़ा वैष्णु है वो परमगति प्राप्त कर लवेगा, वो असली वैष्णु है जिहड़ा आप भी जपदा ते दूसरिਆਂ ਨੂੰ जपण की प्रेरणा करता, वो फिर परमगति प्राप्त होंदी है उस मनुख नूं जिहड़ा वैष्णु हो जाता है, जिहड़ा माया वालों अपने आप नूं तोड़ लैंदा है, जिहड़ा परोपकारी जीवन बतीत करदा। अगे सतगुरु अगली अष्टपदी दे विच सतगुरु बख्शिश करते हैं भगौतियां दे बारे। भगौती भगवंत भगत का रंग। मारे कहते भाई असली भगौती वो हुंदा है, असली रासधारिया हुंदा जिहड़ा भगवंत वाहिगुरू परमेश्वर, क्योंकि ये जिहड़े कृष्ण का रूप बनाते सन ते कृष्ण भगवत भी कहा जाता, भगवंत भी कहा जाता। महाराज कहते इत्थे भगवंत का अर्थ आपां वाहिगुरू परमेश्वर अकाल पुरख करांगे। सतगुरु कहते भाई भगवती वो है रासधारिया, वो है परमेश्वर का उपासक, वो है जिहड़ा भगवंत की भगती के रंग च रंगिया जाए, जिहड़ा वाहिगुरू की भगती के रंग च रंगिया जाए। भगवती भगवंत भगत का रंग, सगल त्यागै दुष्ट का संग। सगल सारे त्याग देवे, दुष्ट भाव भैड़े पुरुषों का संग त्याग दे, ਜਿਹੜੇ ਵਿਕਾਰੀ ਪੁਰਸ਼ ਹਨ ਉਹਨਾਂ ਦਾ ਸੰਗ ਤਿਆਗ ਦੇ। ਇਹ ਨਹੀਂ ਕਿ ਨਾਲੇ ਭਗਤੀ ਵੀ ਬੰਦਗੀ ਵੀ ਕਰੀ ਜਾਵੇ ਤੇ ਨਾਲੇ ਕਿਸੇ ਨੇ ਕਹਿਤਾ ਆ ਜਾ ਘੁੱਟ ਸ਼ਰਾਬ ਪੀਏ ਤੇ ਉਹਦੇ ਨਾਲ ਬਹਿ ਕੇ ਸ਼ਰਾਬ ਵੀ ਪੀਣ ਲੱਗ ਜਾਏ, ਨਹੀਂ, ਉਹ ਦੁਸ਼ਟਾਂ ਦਾ ਸੰਗ ਛੱਡ ਦੇ ਜੇ ਸਤ ਸੰਗੀ ਬਣਨਾ। ਜੇ ਭਗਤੀ ਕਰਨੀ ਹੈ ਨਾਲੇ ਭਗਤੀ ਕਰੇ, ਰੰਗ ਦੇ ਵਿੱਚ ਰੰਗਿਆ ਹੋਇਆ ਭਗਤੀ ਕਰੇ, ਨਾਲ ਦੁਸ਼ਟਾਂ ਦਾ ਸੰਗ ਛੱਡ ਦੇ, ਸਗਲ ਤਿਆਗੇ। ਸਾਰੇ ਜਿੰਨੇ ਵੀ ਯਾਰ ਦੋਸਤ ਨੇ ਜਿਹੜੇ ਵਿਕਾਰੀ ਹਨ ਉਹਨਾਂ ਦਾ ਸੰਗ ਤਿਆਗ ਦੇ। ਜ਼ਰੂਰ ਉਹ ਮਾੜਾ ਕਹਿਣਗੇ ਕਿ ਬਹੁਤ ਮਾੜਾ ਹੈ ਛੱਡ ਕੇ ਚਲਾ ਗਿਆ,
पर तेरे भले की गल है, क्योंकि जे इन्हां नाल रहेगा तेरा जीवन भी बर्बाद हो जाना। इस करके महाराज कहते सगल त्याग है दुष्ट का संग, सारिया दुष्टां दा संग त्याग दे ਜਿਹੜੇ तेरे मन च विकार लैके आते, ਜਿਹੜੇ तेनों पुठिया ਕੰਮਾਂ ਵੱਲ प्रेरित करते। मन ते बिनसै सगला भरम, मन ਦੇ ਉੱਤੋਂ सगला ਭਰਮ ਭਾਵ ਸਾਰੇ ਜਿਹੜੇ 5 ਪ੍ਰਕਾਰ ਦੇ ਜਿੰਨੇ ਵੀ ਭਰਮ ਹਨ ਉਹ ਸਾਰੇ ਹੀ ਭਰਮ ਨਾਸ਼ ਕਰ ਦੇਵੇ। ਜਿੰਨੇ ਵੀ ਭਰਮ ਹੁੰਦੇ ਨਾ ਮਨ ਦੇ ਵਿੱਚ ਕਿ ਪਰਮੇਸ਼ਰ ਹੈ ਕਿ ਨਹੀਂ ਹੈ, ਭਗਤੀ ਕੀਤਿਆਂ ਕੁਝ ਮਿਲਣਾ ਹੈ ਕਿ ਨਹੀਂ ਮਿਲਣਾ ਹੈ, ਸੰਸਾਰ ਛੱਡਿਆ ਸੁੱਖ ਮਿਲਣਾ ਹੈ ਕਿ ਨਹੀਂ ਮਿਲਣਾ, ਇਹ ਭਰਮ ਪਏ ਨਾ ਸਾਨੂੰ। ਮੇਰਾ ਪਰਿਵਾਰ ਨਾ ਹੋਇਆ ਤੇ ਮੈਂ ਕਿਵੇਂ ਜੀਵਾਂਗਾ, ਜੇ ਮੈਂ ਪਰਿਵਾਰ ਨੂੰ ਛੱਡ ਕੇ ਭਗਤੀ ਕਰ ਲੱਗ ਪਿਆ ਉਹਨਾਂ ਨੂੰ ਪਾਲੂਗਾ ਕੌਣ। ਮਹਾਰਾਜ ਕਹਿੰਦੇ ਇਹ ਭਰਮ ਜਿਹੜੇ ਮਨ 'ਚ ਛੱਡ ਦੇਵੇ, ਮਨ ਤੇ ਬਿਨਸੈ ਸਗਲਾ ਭਰਮ, ਇਹ ਸਗਲੇ ਭਰਮ ਸਾਰਾ ਹੀ ਭਰਮ ਜਿਹੜਾ ਤਿਆਗ ਦੇਵੇ। ਕਰ ਪੂਜੈ ਸਗਲ ਪਾਰ ਬ੍ਰਹਮ, ਮਹਾਰਾਜ ਕਹਿੰਦੇ ਕਰ ਪੂਜੈ, ਮਹਾਰਾਜ ਕਹਿੰਦੇ ਸਾਰਿਆਂ ਦੇ ਅੰਦਰ ਉਸ ਪਰਮੇਸ਼ਰ ਵਾਹਿਗੁਰੂ ਬ੍ਰਹਮ ਨੂੰ ਚੇਤਨ ਸਰੂਪ ਹੋ ਕਰਕੇ ਜੋਤ ਉਹਦੀ ਜਾਣ ਕੇ ਉਹਦੀ ਪੂਜਾ ਕਰੇ। ਕਰ ਪੂਜੈ ਸਗਲ ਪਾਰ ਬ੍ਰਹਮ, ਉਸ ਪਰਮੇਸ਼ਰ ਨੂੰ ਪੂਜੈ ਜਿਹੜਾ ਸਗਲ ਪਾਰ ਬ੍ਰਹਮ ਸਾਰੀ ਜਗ੍ਹਾ ਦੇ ਉੱਤੇ ਉਹ ਪਾਰ ਬ੍ਰਹਮ ਵਿਆਪਕ ਹੈ ਨਾ, ਉਸ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਨਾ ਕਰੇ। ਤੇ ਹੁਣ ਆਪਾਂ ਇਹ ਵੀ ਅਰਥ ਦੇਖੋ, ਸਤਿਗੁਰਾਂ ਨੇ ਇੱਥੇ ਭਗਵੰਤ ਸ਼ਬਦ ਵਰਤਿਆ ਤੇ ਇੱਥੇ ਸਗਲ ਪਾਰ ਬ੍ਰਹਮ, ਤੇ ਜੇ ਆਪਾਂ ਇੱਥੇ ਕ੍ਰਿਸ਼ਨ ਦਾ ਅਰਥ ਭਗਵੰਤ ਦਾ ਅਰਥ ਕ੍ਰਿਸ਼ਨ ਕਰ ਦੇਵਾਂਗੇ ਤੇ ਫਿਰ ਆਹ ਅਰਥ ਨਹੀਂ ਖੁੱਲਣਗੇ, ਸਗਲ ਪਾਰ ਬ੍ਰਹਮ ਇਹਦੇ ਅਰਥ ਨਹੀਂ ਖੁੱਲਣਗੇ। ਇਸ ਕਰਕੇ ਇੱਥੇ ਭਗਵੰਤ ਦਾ ਅਰਥ ਆਪਾਂ ਵਾਹਿਗੁਰੂ ਤਾਂ ਕੀਤਾ ਕਿਉਂਕਿ ਕਰ ਪੂਜੈ ਸਗਲ ਪਾਰ ਬ੍ਰਹਮ ਇੱਥੇ ਮਹਾਰਾਜ ਨੇ ਕਿਹਾ, ਤੇ ਜੇ ਪਾਰ ਬ੍ਰਹਮ ਵਾਹਿਗੁਰੂ ਤੇ ਇੱਕ ਹੈ, ਇਸ ਕਰਕੇ ਆਪਾਂ ਇੱਥੇ ਭਗਵੰਤ ਦਾ ਅਰਥ ਵਾਹਿਗੁਰੂ ਕੀਤਾ ਹੈ, ਪਰਮੇਸ਼ਰ ਕੀਤਾ ਹੈ। ਮਹਾਰਾਜ ਕਹਿੰਦੇ ਜਿਹੜਾ ਸਗਲ ਵਿਆਪਕ ਪਰਮੇਸ਼ਰ ਵਾਹਿਗੁਰੂ ਹੈ ਨਾ, ਉਹਦੀ ਪੂਜਾ ਕਰੇ, ਉਹਨੂੰ ਸਿਮਰੇ, ਉਹਨੂੰ ਯਾਦ ਕਰੇ, ਉਹਦੀ ਪੂਜਾ ਕਰਨੀ ਹੈ। ਸਾਧ ਸੰਗ ਪਾਪਾਂ ਮਲ ਖੋਵੈ, ਸਾਧ ਸੰਗਤ ਜਾ ਕੇ ਨਾ ਜਿਹੜੇ ਪਾਪਾਂ ਰੂਪੀ ਮੈਲ ਇਹਨੂੰ ਲੱਗੀ ਹੋਈ ਹੈ, ਮਨ ਨੂੰ ਲੱਗੀ ਹੋਈ ਨਾ ਪਾਪਾਂ ਦੀ ਮੈਲ, ਤਰ੍ਹਾਂ ਤਰ੍ਹਾਂ ਦੇ ਪਾਪ ਰੋਜ਼ ਕਰਦਾ ਮੈਨੂੰ, ਮਹਾਰਾਜ ਕਹਿੰਦੇ ਉਹ ਸਾਧ ਸੰਗਤ ਦੇ ਵਿੱਚ ਜਾ ਕੇ ਉਹ ਖੋਦ ਦੇਵੇ, ਖਤਮ ਕਰ ਦੇਵੇ। ਵਾਰ-ਵਾਰ ਸੰਗਤ 'ਚ ਜਾਵੇ, ਨਾਮ ਸਿਮਰਨ ਕਰੇ, ਬੰਦਗੀ ਕਰੇ ਤੇ ਉਹਦੇ ਪਾਪਾਂ ਦੀ ਮਲ ਜਿਹੜੀ ਖਤਮ ਹੋ, ਮੈਲ ਜਿਹੜੀ ਖਤਮ ਹੋ ਸਕਦੀ ਹੈ। ਸਾਧ ਸੰਗ ਪਾਪਾਂ ਮਲ ਖੋਵੈ ਤਿਸ ਭਗਉਤੀ ਕੀ ਮਤ ਉੱਤਮ ਹੋਵੇ, ਮਹਾਰਾਜ ਕਹਿੰਦੇ ਉਸ ਭਗਉਤੀ ਦੀ ਜਿਹੜੀ ਮਤ ਹੈ ਉਹ ਉੱਤਮ ਹੋ ਜਾਂਦੀ ਹੈ। ਉਹ ਪਰਮੇਸ਼ਰ ਦੇ ਪਿਆਰੇ ਦੀ ਭਗਤੀ ਕਰਨ ਦੇ ਨਾਲ ਉਸ ਭਗਉਤੀ ਦੀ ਜਿਹੜਾ ਭਗਤੀ ਕਰਦਾ ਹੈ ਉਹਦੀ ਮਤ ਉੱਤਮ ਹੋ ਜਾਂਦੀ ਹੈ ਜਦੋਂ ਉਹ ਸਾਧ ਸੰਗਤ ਦੇ ਵਿੱਚ ਜਾਂਦਾ ਹੈ। ਇਸ ਭਗਉਤੀ ਕੀ ਮਤ ਉੱਤਮ ਹੋਵੇ, ਉੱਤਮ ਮਤ ਉਹਦੀ ਹੋ ਜਾਂਦੀ ਹੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਨਿਤ ਹਰ ਰੋਜ਼ ਪਰਮੇਸ਼ਰ ਵਾਹਿਗੁਰੂ ਦੀ ਟਹਿਲ ਸੇਵਾ ਕਰਨੀ ਕਰੇ। ਪਰਮੇਸ਼ਰ ਦੀ ਸੇਵਾ ਕੀ ਹੈ? ਉਹਦਾ ਸਿਮਰਨ, ਉਹਨੂੰ ਯਾਦ ਕਰਨਾ। ਮਹਾਰਾਜ ਕਹਿੰਦੇ ਆ ਭਗਵੰਤ ਕੀ ਟਹਿਲ ਕਰੇ ਨਿਤ ਨੀਤ, ਮਨ ਤਨ ਅਰਪੈ ਬਿਸਨ ਪ੍ਰੀਤ। ਮਹਾਰਾਜ ਕਹਿੰਦੇ ਮਨ ਤਨ ਜਿਹੜਾ ਹੈ ਬਿਸਨ ਪ੍ਰੀਤ, ਉਸ ਪਰਮੇਸ਼ਰ ਨੂੰ ਆਪਣਾ ਮਨ ਤੇ ਤਨ ਵੀ ਅਰਪ ਕਰ ਦੇਵੇ, ਉਹਦੀ ਪ੍ਰੀਤੀ ਦੇ ਵਿੱਚ ਜੁੜ ਜਾਵੇ। ਭਗਵੰਤ ਕੀ ਟਹਿਲ, ਉਹਦੀ ਸੇਵਾ ਕਰੇ ਹਰ ਵੇਲੇ। ਤੇ ਫਿਰ ਉਸ ਤੋਂ ਬਾਅਦ ਜੋ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਸਵਾਮੀ ਹੈ, ਮਨ ਤਨ ਅਰਪੈ ਬਿਸਨ, ਜੋ ਸਾਰਿਆਂ ਦਾ ਸਵਾਮੀ ਪਰਮੇਸ਼ਰ ਵਾਹਿਗੁਰੂ ਹੈ, ਸੰਸਾਰ ਦਾ ਮਾਲਕ ਹੈ, ਉਹਦੇ ਨਾਲ ਪ੍ਰੀਤ ਕਰੇ। ਤਨ ਮਨ ਅਰਪ ਕੇ, ਮਨ ਵੀ ਅਰਪੇ ਤੇ ਤਨ ਵੀ ਅਰਪੇ। ਹਰ ਕੇ ਚਰਨ ਹਿਰਦੈ ਵਸਾਵੈ, ਹਰੀ ਦੇ ਜਿਹੜੇ ਚਰਨ ਹਨ ਉਹਨਾਂ ਨੂੰ ਹਿਰਦੇ 'ਚ ਵਸਾਉਣਾ ਕਰੇ। ਹਰ ਕੇ ਚਰਨ ਹਿਰਦੈ ਵਸਾਵੇ, ਪਰਮੇਸ਼ਰ ਦੇ ਵਾਹਿਗੁਰੂ ਦੇ ਚਰਨ ਜਿਹੜੇ ਹਨ ਸ਼ਬਦ ਰੂਪੀ ਚਰਨ, ਉਹਨਾਂ ਨੂੰ ਹਿਰਦੇ 'ਚ ਵਸਾਵੇ। ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ। ਮਹਾਰਾਜ ਕਹਿੰਦੇ ਉਹ ਮਨੁੱਖ ਭਗਉਤੀ, ਉਹ ਮਨੁੱਖ ਅਸਲੀ ਭਗਤੀ ਕਰਨ ਵਾਲਾ ਹੈ, ਉਹੀ ਮਨੁੱਖ ਭਗਵੰਤ ਪਰਮੇਸ਼ਰ ਵਾਹਿਗੁਰੂ ਨੂੰ ਪਾ ਲੈਂਦਾ ਹੈ, ਜਿਹੜਾ ਮਨੁੱਖ ਪਰਮੇਸ਼ਰ ਦੀ ਭਗਤੀ 'ਚ ਜੁੜਦਾ ਹੈ। ਰਾਸਾਂ ਪਾਉਣ ਦੇ ਨਾਲ ਪਰਮੇਸ਼ਰ ਪ੍ਰਾਪਤ ਨਹੀਂ ਹੁੰਦਾ। ਮਹਾਰਾਜ ਕਹਿੰਦੇ ਭਗਵੰਤ ਦੀ ਭਗਤੀ ਕਰਨ ਦੇ ਨਾਲ ਪਰਮੇਸ਼ਰ ਦੀ ਪ੍ਰਾਪਤੀ ਹੈ। ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ, ਉਹ ਮਨੁੱਖ ਪਰਮੇਸ਼ਰ ਨੂੰ ਪਾ ਲੈਂਦਾ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਅਸਲ ਪੰਡਿਤ ਕੌਣ ਹੈ? ਮਹਾਰਾਜ ਕਹਿੰਦੇ ਅਸਲ ਪੰਡਿਤ ਉਹ ਹੈ ਜਿਹੜਾ ਮਨ ਨੂੰ ਪ੍ਰਬੁੱਧ ਹੈ, ਮਨ ਨੂੰ ਸਮਝਾਵੇ, ਮਨ ਨੂੰ ਜਾਣੇ, ਮਨ ਬਾਰੇ ਸਮਝੇ। ਇਹ ਨਹੀਂ ਕਿ ਗਿਆਨ ਲੈ ਕੇ ਤੇ ਦੂਸਰਿਆਂ ਨੂੰ ਜਿਹੜਾ ਗਿਆਨ ਦਿੰਦਾ ਫਿਰੇ, ਨਹੀਂ, ਆਪਣੇ ਮਨ ਤੇ ਗਿਆਨ ਨੂੰ ਟਿਕਾਵੇ। ਪੰਡਿਤ ਜਿਹੜਾ ਹੈ, ਵਿਦਵਾਨ ਜਿਹੜਾ ਹੈ, ਪੰਡਿਤ ਦਾ ਇਹ ਨਹੀਂ ਅਰਥ ਕਰਨਾ
कि ਜਿਹੜੇ ਖਾਸ ਸ਼੍ਰੇਣੀ ਦਾ ਪੰਡਿਤ ਨਹੀਂ ਆਪਾਂ ਕਹਿਣਾ ਵੀ ਜਿਵੇਂ ਕੋਈ ਪੰਡਿਤ ਜਿਹੜੇ ਹੁੰਦੇ ਆ ਮੰਦਰ ਵਾਲਾ ਪੰਡਿਤ ਹੀ ਕਹਿਣਾ ਆ ਜਾਂ ਜਿਹਨੂੰ ਵੇਦ ਸ਼ਾਸਤਰ ਪੜ੍ਹਨ ਵਾਲਾ ਪੰਡਿਤ, ਇਹ ਉਹ ਵਿਦਵਾਨ ਦੀ ਗੱਲ ਹੈ ਜਿਹੜਾ ਗ੍ਰੰਥ ਪੜ੍ਹਦਾ ਧਾਰਮਿਕ, ਭਾਵੇਂ ਉਹ ਕਾਜੀ ਹੋਵੇ, ਭਾਵੇਂ ਮੁੱਲਾ ਹੋਵੇ, ਭਾਵੇਂ ਪੰਡਿਤ ਹੋਵੇ, ਭਾਵੇਂ ਗ੍ਰੰਥੀ ਹੋਵੇ, ਭਾਵੇਂ ਕਥਾਕਾਰ ਹੋਵੇ, ਭਾਵੇਂ ਕੀਰਤਨੀਆ ਹੋਵੇ, ਇਹ ਸਾਰੇ ਇਹਦੇ ਵਿੱਚ ਹੀ ਆ ਜਾਂਦੇ। ਮਾਰ ਕਹਿੰਦੇ ਅਸਲੀ ਵਿਦਵਾਨ, ਅਸਲੀ ਪੰਡਿਤ ਉਹ ਹੈ ਜੋ ਆਪਣੇ ਮਨ ਨੂੰ ਪ੍ਰਬੋਧਦਾ ਹੈ। ਪ੍ਰਬੋਧਨਾ ਕੀ ਹੁੰਦਾ ਹੈ? ਪੜ੍ਹ ਕੇ ਵਿਚਾਰ ਕਰਕੇ ਮਨ ਨੂੰ ਸਿੱਧੇ ਪਾਸੇ ਲਾਉਣਾ, ਆਪਣੇ ਮਨ ਦੇ ਵਿੱਚ ਉਹ ਵਿਚਾਰ ਰੱਖਣੀ। ਇਹ ਨਹੀਂ ਕਿ ਦੂਸਰਿਆਂ ਨੂੰ ਕਹੀ ਜਾਣਾ ਤੇ ਆਪ ਕਦੀ ਸੁਧਰਨਾ ਨਹੀਂ, ਐਸਾ ਨਹੀਂ। ਸੋ ਪੰਡਤ ਜੋ ਮਨ ਪ੍ਰਬੋਧੀ, ਅਸਲੀ ਪੰਡਤ, ਅਸਲੀ ਵਿਦਵਾਨ ਉਹ ਹੈ, ਅਸਲੀ ਬੁੱਧੀ ਦਾ ਗਿਆਤਾ ਉਹ ਹੈ, ਅਸਲੀ ਮਨੁੱਖ ਉਹ ਹੈ ਜਿਹੜਾ ਪੜ੍ਹ ਕੇ ਵਿਚਾਰ ਕੇ ਆਪਣੇ ਮਨ ਨੂੰ ਸਭ ਤੋਂ ਪਹਿਲਾਂ ਸਮਝਾਵੇ। ਪਾਛੈ ਆ ਅਵਰ ਰਿਝਾਵੇ, ਪ੍ਰਥਮੇ ਮਨ ਪ੍ਰਬੋਧੇ ਆਪਣਾ, ਪਾਛੈ ਅਵਰ ਰਿਝਾਵੇ। ਪਹਿਲਾਂ ਆਪਣੇ ਮਨ ਨੂੰ ਸਮਝਾਵੇ, ਫਿਰ ਉਸ ਤੋਂ ਬਾਅਦ ਦੂਸਰਿਆਂ ਨੂੰ ਰਿਝਾਵੇ, ਦੂਸਰਿਆਂ ਨੂੰ ਫਿਰ ਦੱਸੇ। ਰਾਮ ਨਾਮ ਆਤਮ ਮੈਂ ਸੋਧੇ, ਰਾਮ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਜਿਹੜਾ ਰਮਿਆ ਹੋਇਆ ਹੈ, ਉਹਦਾ ਨਾਮ ਜਿਹੜਾ ਹੈ ਉਹਨੂੰ ਆਤਮ ਮੈਂ ਸੁੱਧ ਹੈ, ਆਪਣੀ ਆਤਮਾ ਦੇ ਵਿੱਚ ਸੁੱਧ ਹੈ, ਆਪਣੀ ਆਤਮਾ ਦੇ ਵਿੱਚ ਉਹਨੂੰ ਖੋਜਣਾ ਕਰੇ ਕਿ ਪਰਮੇਸ਼ਰ ਜਿਹੜਾ ਮੇਰੇ ਅੰਦਰ ਵੱਸਦਾ ਹੈ ਉਹਨੂੰ ਖੋਜੇ ਅੰਦਰੋਂ। ਇਹ ਨਹੀਂ ਕਿ ਗਿਆਨ ਲੈ ਕੇ ਤੇ ਦੂਸਰਿਆਂ ਨੂੰ ਗਿਆਨ ਦੇਈ ਜਾਵੇ, ਨਹੀਂ, ਪਹਿਲਾਂ ਆਪਣੇ ਅੰਦਰ ਦੀ ਖੋਜ ਕਰੇ। ਰਾਮ ਨਾਮ ਆਤਮ ਮੈਂ ਸੁੱਧ ਹੈ, ਰਾਮ ਨਾਮ ਸਾਰ ਰਸ ਪੀਵੈ। ਮਾਰੇ ਕਹਿੰਦੇ ਰਾਮ ਦੇ ਨਾਮ ਦਾ ਸਾਰ, ਸਾਰ ਦਾ ਅਰਥ ਹੁੰਦਾ ਅਸਲੀ ਤੱਤ ਸਰੂਪ, ਰਸ ਪੀਵੈ। ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹ ਸਾਰ, ਉਸ ਸਾਰ ਨੂੰ ਸਮਝੇ, ਉਸ ਤੱਤ ਨੂੰ ਸਮਝ ਕੇ ਉਹਦਾ ਰਸ ਪੀਵੇ, ਪਰਮੇਸ਼ਰ ਦੇ ਨਾਮ ਦਾ ਰਸ ਪੀਵੇ, ਸਮਝ ਕੇ ਕਿ ਪਰਮੇਸ਼ਰ ਦਾ ਨਾਮ ਕਿੱਦਾਂ ਵਿਆਪਕ ਹੈ, ਪਰਮੇਸ਼ਰ ਕਿਵੇਂ ਹਰ ਜਗ੍ਹਾ ਤੇ ਵਿਆਪਕ ਹੈ, ਸਮਝ ਕੇ ਵਿਚਾਰ ਕੇ ਤੇ ਉਸ ਨਾਮ ਨੂੰ, ਉਸ ਰਸ ਨੂੰ ਪੀਣਾ ਕਰੇ। ਉਸ ਪੰਡਤ ਕਹਿ ਉਪਦੇਸ਼ ਜਗ ਜੀਵੇ। ਮਹਾਰਾਜ ਕਹਿੰਦੇ ਫਿਰ ਉਹ ਪੰਡਤ ਜਿਹੜਾ ਹੈ ਨਾ, ਜਿਹੜਾ ਐਸਾ ਪੰਡਤ ਹੋਵੇਗਾ ਜਿਹੜਾ ਆਪਣੇ ਮਨ ਨੂੰ ਪ੍ਰਬੋਧਿਆ ਹੋਵੇਗਾ ਜਿਹਨੇ, ਉਹ ਫਿਰ ਹੋਰ ਕਿਸੇ ਨੂੰ ਉਪਦੇਸ਼ ਕਰੇਗਾ ਨਾ, ਉਸ ਪੰਡਤ ਕਹਿ ਉਪਦੇਸ਼ ਜਗ ਜੀਵੇ। ਫਿਰ ਉਹਦੇ ਪੰਡਤ ਦੇ ਉਪਦੇਸ਼ ਦੇ ਨਾਲ ਜਗਤ ਜਿਹੜਾ ਹੈ ਉਹ ਵੀ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਜੇ ਕੋਈ ਐਸਾ ਮਨੁੱਖ ਹੋਵੇ ਨਾ ਜਿਹਨੇ ਆਪਣੇ ਆਪ ਨੂੰ ਰਿਝਾਇਆ ਹੋਵੇ, ਆਪਣੇ ਮਨ ਨੂੰ ਪ੍ਰਬੋਧਿਆ ਹੋਵੇ, ਜਦੋਂ ਕਿਤੇ ਇੱਕ ਗੱਲ ਵੀ ਕਿਸੇ ਨੂੰ ਕਹਿ ਦੇਵੇ ਤੇ ਉਹਦੇ ਤੇ ਵੀ ਅਸਰ ਹੁੰਦਾ। ਕੋਈ ਇੱਕ ਗੱਲ ਵੀ ਕਹਿ ਦੇਵੇ ਨਾ ਕਿਸੇ ਨੂੰ ਕਿ ਭਾਈ ਜਪਿਆ ਕਰੋ, ਤੇ ਉਹ ਲੋਕ ਜਪਣੇ ਸ਼ੁਰੂ ਕਰ ਦਿੰਦੇ। ਐਸਾ ਪੰਡਤ ਹੋਵੇ ਜਿਹੜਾ ਆਪ ਵੀ ਕਮਾਵੇ ਤੇ ਫਿਰ ਦੂਸਰਿਆਂ ਨੂੰ ਉਪਦੇਸ਼ ਦੇਵੇ, ਫਿਰ ਉਹਦੇ ਦਿੱਤੇ ਉਪਦੇਸ਼ ਦੇ ਨਾਲ ਜਗਤ ਵੀ ਜੀਵਨ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਉਸ ਪੰਡਤ ਕੇ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਵਸਾਵੈ। ਹਰੀ ਦੀ ਜਿਹੜੀ ਕਥਾ ਆਪ ਕਰਦਾ ਹੈ, ਦੂਸਰਿਆਂ ਨੂੰ ਸੁਣਾਉਂਦਾ ਹੈ, ਉਹ ਆਪਣੇ ਹਿਰਦੇ 'ਚ ਪਹਿਲਾਂ ਵਸਾਵੇ ਕਿ ਪਰਮੇਸ਼ਰ ਨੇ ਕਿਹਾ ਕੀ ਹੈ, ਵਾਹਿਗੁਰੂ ਨੇ ਕਿਹਾ ਕੀ ਹੈ, ਪਹਿਲੋਂ ਆਪਣੇ ਹਿਰਦੇ 'ਚ ਕਥਾ ਨੂੰ ਵਸਾਵੇ। ਹਰ ਕੀ ਕਥਾ ਹਿਰਦੈ ਵਸਾਵੈ, ਸੋ ਪੰਡਤ ਫਿਰ ਜੋਨ ਨਾ ਆਵੇ। ਮਹਾਰਾਜ ਕਹਿੰਦੇ ਫਿਰ ਉਹ ਪੰਡਤ ਜਿਹੜਾ ਹੈ ਨਾ ਵਾਰ-ਵਾਰ ਜੰਮਦਾ ਤੇ ਵਾਰ-ਵਾਰ ਮਰਦਾ ਨਹੀਂ ਹੈ। ਉਹ ਵਿਦਵਾਨ ਪੁਰਸ਼, ਉਹ ਪੜ੍ਹਿਆ ਲਿਖਿਆ ਧਾਰਮਿਕ ਗ੍ਰੰਥ ਪੜ੍ਹਨ ਵਾਲਾ ਮਨੁੱਖ, ਉਹ ਪੰਡਤ ਜਿਹੜਾ ਹੈ ਫਿਰ ਵਾਰ-ਵਾਰ ਜੋਨਾਂ 'ਚ ਨਹੀਂ ਆਉਂਦਾ। ਜਿਹੜਾ ਮਨੁੱਖ ਪਹਿਲੋਂ ਹਰੀ ਦੀ ਕਥਾ ਆਪ ਸੁਣ ਕੇ ਵਿਚਾਰਦਾ ਹੈ, ਹਰ ਕੀ ਕਥਾ ਹਿਰਦੈ ਵਸਾਵੇ, ਹਿਰਦੇ 'ਚ ਵਸਾਉਣਾ ਕਰਦਾ ਹੈ, ਸੋ ਪੰਡਤ ਫਿਰ ਜੋਨ ਨਾ ਆਵੇ, ਉਹ ਫਿਰ ਜੂਨਾਂ 'ਚ ਨਹੀਂ ਆਉਂਦਾ। ਵੇਦ ਪੁਰਾਣ ਸਿਮਰਤ ਬੂਝੈ ਮੂਲ। ਮਾਰੇ ਕਹਿੰਦੇ ਵੇਦਾਂ, ਪੁਰਾਣ ਤੇ ਸਿਮਰਤ, ਇਹ ਵੇਦ ਹਨ, ਪੁਰਾਣ ਹਨ, 18 ਪੁਰਾਣ ਸਿਮਰਤੀਆਂ ਹਨ। ਮਾਰੇ ਕਹਿੰਦੇ ਇਹਨਾਂ ਸਿਮਰਤੀਆਂ ਨੂੰ, ਪੁਰਾਣਾਂ ਨੂੰ, ਵੇਦਾਂ ਨੂੰ, ਇਹਨਾਂ ਨੂੰ ਪੜ੍ਹੇ, ਇਹਨਾਂ ਦਾ ਗਿਆਨ ਪ੍ਰਾਪਤ ਕਰੇ, ਪਰ ਉਹਨਾਂ ਦੇ ਵਿੱਚੋਂ ਮੂਲ ਕੀ ਹੈ? ਪਰਮੇਸ਼ਰ ਦਾ ਨਾਮ, ਉਹਨੂੰ ਬੁੱਝੇ। ਇਹ ਨਹੀਂ ਕਿ ਵੇਦਾਂ ਪੁਰਾਣਾਂ ਨੂੰ ਪੜ੍ਹ ਕੇ ਤੇ ਉਹਨਾਂ ਵਿੱਚੋਂ ਲੈ ਕੇ ਗਿਆਨ ਤੇ ਦੂਸਰਿਆਂ ਨੂੰ ਦੂਸ਼ਣ ਲਾਈ ਜਾਵੇ, ਤੇ ਜਾਂ ਉਹਨਾਂ ਵਿੱਚੋਂ ਗਿਆਨ ਲੈ ਕੇ ਕਰਮਕਾਂਡ ਕਰੀ ਜਾਵੇ, ਤੀਰਥਾਂ ਤੇ ਨਹਾਈ ਜਾਵੇ ਤੇ ਹੋਰ ਕਰਮਕਾਂਡੀ ਬਣ ਜਾਵੇ। ਨਹੀਂ, ਮਹਾਰਾਜ ਕਹਿੰਦੇ ਮੂਲ ਨੂੰ ਬੁੱਝੀ ਉਹਨਾਂ ਵਿੱਚੋਂ, ਕਿਉਂਕਿ ਇਹਨਾਂ ਵੇਦਾਂ ਪੁਰਾਣਾਂ ਦੇ ਵਿੱਚ ਵੀ ਪਰਮੇਸ਼ਰ ਦਾ ਨਾਮ ਵੱਡੇ ਪੱਧਰ ਤੇ ਦੱਸਿਆ ਗਿਆ ਕਿ ਕਿਵੇਂ ਜਪਣਾ ਹੈ, ਪਰ ਸਿਰਫ ਉਹਦੇ ਵਿੱਚੋਂ ਕਰਮਕਾਂਡ ਲੈ ਕੇ ਨਾ ਤੁਰਿਆ ਫਿਰੇ, ਮੂਲ ਨੂੰ ਬੁੱਝੇ ਕਿ ਉਹਦੇ ਵਿੱਚ ਮੂਲ ਪਰਮੇਸ਼ਰ ਕੀ ਹੈ, ਅਸਲੀ ਗੱਲ ਕੀ ਕਹਿਣੀ ਚਾਹੀਏ ਇਹਨਾਂ ਵੇਦਾਂ ਪੁਰਾਣਾਂ ਦੇ ਵਿੱਚ, ਇਹਨਾਂ ਧਾਰਮਿਕ ਗ੍ਰੰਥਾਂ ਦੇ ਵਿੱਚ। ਵੇਦ ਪੁਰਾਣ ਸਿਮਰਤ ਬੂਝੈ ਮੂਲ, ਉਸ ਮੂਲ ਨੂੰ ਬੁੱਝ ਲਵੇ ਇਹਨਾਂ ਵੇਦਾਂ ਪੁਰਾਣਾਂ ਦੇ ਵਿੱਚੋਂ। ਸੂਖਮ ਮੈਂ ਜਾਣੇ ਅਸਤੂਲ, ਫਿਰ ਉਹ ਜਾਣ ਲਵੇ ਕਿ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ
सूखम है जाने अस्थूल, कि वह जिहड़ा परमेश्वर की जोत है वह सूखम है, जाने अस्थूल जिहड़ा परमेश्वर वो अस्थूल रूप हो करके इत्थे बैठा होया। सूखम ते अस्थूल दोवां रूपां दे विच परमेश्वर आप ही है। जो दिखता है उत्थे भी वो परमेश्वर आप है, जो साडी अखां राही नहीं दिखता सूक्ष्म है उत्थे भी वो परमेश्वर आप है। इस गल नूं वो जान लवे, बुझ लवे। सूखम है जाने अस्थूल, अस्थूल भी परमेश्वर आप है ते सूखम भी आप है, ये गल जान लवे। चौह वर्णा को दे उपदेश, फिर एक वर्ण नूं नहीं चौ वर्णा नूं उपदेश देवे, सारियां नूं उपदेश करे, हर एक नूं, हर प्राणी मात्र नूं। चौ वर्णा तो भाव खੱਤਰੀ शूद्र वैस ब्राह्मण हर किसी नूं। ते इत्थे आपां अर्थ करांगे सारियां नूं, सारे संसार नूं, भावें इहदे कोल माड़ा आ जाए, भावें कोई चंगा आ जाए, भावें कोई विकारी आ जाए, भावें कोई पंडित मनुख उहदे वर्गा ही आ जाए, सारियां नूं उपदेश करे, साझा उपदेश सारियां नूं दे। चौ वर्णा को दे उपदेश, नानक उस पंडित को सदा आदेश। मारे कहते आ कि भाई साडी उस पंडित नूं नमस्कार है, पर होवे असली पंडित, असली विद्वान होवे। साडी उस नूं नमस्कार है जिहड़ा अपने मन नूं समझावे। सब तो पहला अपने मन के अंदर विचार करे, आप हरि नूं सिमरे, आप जपे। मारे कहते भाई साडी भी फिर उस पंडित नूं, उस मनुख नूं, उस विद्वान पुरुष नूं जिहड़ा अपने मन के विचार करता, असीं भी इहनूं नमस्कारां करदे हां। भाई सिखो उस पंडित नूं नमस्कार करनी करो जिहड़ा सारियां दे अंदर ब्राह्मण नूं देखदा, जिहड़ा सारियां दे अंदर परमेश्वर नूं देखदा है, जिहड़ा आप भी कथा करके सुणाउंदा है ते पहिलों आप कमाउंदा है कथा नूं ते फिर दूसरिਆਂ ਨੂੰ ਕਹਿੰਦਾ ਕਿ ਭਾਈ ਜਪੋ। ਇਸ ਤਰ੍ਹਾਂ ਦਾ ਮਾਰੇ ਕਹਿੰਦੇ ਇਹ ਪੰਡਿਤ ਹੋਣਾ ਚਾਹੀਦਾ। ਸੋ ਸਤਿਗੁਰਾਂ ਨੇ ਇਸ ਚੌਂ ਪਦਿਆਂ ਦੇ ਵਿੱਚ ਦੱਸਣਾ ਕੀਤਾ ਕਿ ਭਾਈ ਅਪਰਸ ਕੌਣ ਹੁੰਦਾ ਹੈ, ਵੈਸ਼ਨੂ ਕੌਣ ਹੁੰਦਾ ਹੈ, ਫਿਰ ਭਗਉਤੀ ਕੌਣ ਹੁੰਦਾ ਹੈ, ਤੇ ਫਿਰ ਉਸ ਤੋਂ ਬਾਅਦ ਪੰਡਿਤ ਕੌਣ ਹੁੰਦਾ ਹੈ। ਇਹਦੇ ਨਾਲ ਹੀ ਮਹਾਰਾਜ ਨੇ ਇਹ ਵੀ ਉਪਦੇਸ਼ ਦ੍ਰਿੜ ਕਰਵਾਇਆ ਕਿ ਭਾਈ ਜੇ ਤੁਸੀਂ ਬਣਨਾ ਹੈ ਅਸਲੀ ਭਗਉਤੀ, ਅਸਲੀ ਅਪਰਸ, ਅਸਲੀ ਵੈਸ਼ਨੂ, ਅਸਲੀ ਪੰਡਿਤ ਬਣਨਾ ਹੈ ਤੇ ਆਹ ਗੱਲਾਂ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਓ ਤੇ ਤੁਸੀਂ ਵੀ ਇਹੋ ਜਿਹੇ ਮਨੁੱਖ ਬਣ ਸਕਦੇ ਹੋ। ਜੇ ਇਹ ਗੱਲਾਂ ਤੁਸੀਂ ਆਪਣੇ ਜੀਵਨ 'ਚ ਲਾਗੂ ਕਰ ਲਓਗੇ ਤੇ ਫਿਰ ਸਤਿਗੁਰਾਂ ਨੇ ਜੋ ਪਿਛਲੀਆਂ ਅਸ਼ਟਪਦੀਆਂ ਦੀ ਗੱਲ ਕਹੀ ਹੈ ਬ੍ਰਹਮ ਗਿਆਨੀ ਦੀ, ਤੇ ਫਿਰ ਮਹਾਰਾਜ ਨੇ ਸਾਧੂ ਦੀ ਗੱਲ ਕਹੀ ਹੈ। ਮਹਾਰਾਜ ਕਹਿੰਦੇ ਇਹ ਉਹੀ ਮਨੁੱਖ ਹੈ, ਉਹੀ ਉਸੇ ਦਾ ਨਾਂ ਹੀ ਬਦਲ ਕੇ ਅਪਰਸ ਮਹਾਰਾਜ ਨੇ ਇੱਥੇ ਲਿਖਿਆ, ਉਸੇ ਦਾ ਨਾਂ ਹੀ ਇੱਥੇ ਮਹਾਰਾਜ ਨੇ ਭਗਉਤੀ ਲਿਖਿਆ। ਉਹ ਵੈਸ਼ਨੂ ਉਹੀ ਪੰਡਿਤ ਹੈ। ਪਰ ਗੱਲ ਕੀ ਹੈ, ਜਿਹੜਾ ਇੱਕ ਪਰਮੇਸ਼ਰ ਨੂੰ ਜਾਣ ਲੈਂਦਾ ਹੈ, ਜਿਹੜਾ ਵਾਹਿਗੁਰੂ ਨੂੰ ਪਛਾਣ ਲੈਂਦਾ ਹੈ, ਉਹੀ ਮਨੁੱਖ ਅਸਲੀ ਮਹਾਪੁਰਸ਼, ਉਹੀ ਸਚਿਆਰਾ ਮਨੁੱਖ ਹੈ ਜਿਹਦੀ ਗੱਲ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਪਜੀ ਬਾਣੀ 'ਚ ਕੀਤੀ ਹੈ। ਸੋ ਇੱਥੇ ਆਪਾਂ ਸਾਧ ਸਮਾਪਤੀ ਕਰਦੇ ਹਾਂ। ਸਤਿਗੁਰਾਂ ਨੇ ਬੜਾ ਸੁੰਦਰ ਉਪਦੇਸ਼ ਅੱਜ ਬਖਸ਼ਿਸ਼ ਕੀਤਾ, ਆਪ ਸਭ ਸੰਗਤ ਨੇ ਸੁਣਿਆ। ਇੰਨੀਆਂ ਕੁ ਬੇਨਤੀਆਂ ਆਪ ਸਭ ਸੰਗਤ ਨੇ ਪ੍ਰਵਾਨ ਕਰਨੀਆਂ। ਇਸੇ ਤਰ੍ਹਾਂ ਹੀ ਆਪ ਜੀ ਨੇ ਜੁੜਦੇ ਰਹਿਣਾ। ਜੇ ਆਪ ਜੀ ਨੇ ਹੁਣ ਕੁਝ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰਕੇ ਪੁੱਛ ਸਕਦੇ ਹੋ, ਉਪਰੰਤ ਆਪਾਂ ਸਮਾਪਤੀ ਵੱਲ ਵਧੀਏ। ਹਾਂਜੀ, ਵਾਹਿਗੁਰੂ 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 ਵਾਹਿਗੁਰੂ। ठीक है, वाहिगुरू जी आप सब संगत का बहुत बहुत धन्यवाद। इसे तरह आप जी ने जुड़ के बाणी का इतिहास का लाहा लेते रहना, क्योंकि बड़ा बड़ा उपराला जो प्रबंधक कमेटियां ने किया है, तो बड़ा बड़ा उपराला जो कमेटियां ने किया है, तो ये तुहाडे वास्ते है। इस करके आप सब जुड़िया करो। जिथे आप जुड़ते हो उत्थे परिवारां रिश्तेदारां नूं भी जोड़ के ते उन्हां नूं भी लाहा लैण बारे प्रेरिया करो, क्योंकि जीवन वार वार नहीं मिलना, बहुत अनमोल है जीवन, तो जीवन को कमावांगे तो भला होना है। इस करके जो सतगुरु उपदेश बख्शते उन्होंने अपने जीवन से धारण भी करना करिया करिए, बाणी पढ़िए, सिमरन करिए, नाम जपीए, ताकि सानू असली जिहड़ा तत्व की पछाण आ जाए। इन्नियां क बेनतियां प्रवान करनियां। बुलाओ फतेह जी। वाहिगुरू जी का खालसा, वाहिगुरू जी वाहिगुरू जी की फतेह।